विरोधी अक्सर कहते हैं कि नरेंद्र मोदी के खिलाफ बोलने वाले नूं बीजेपी वाले देश द्रोही ऐलान देंदे ने। हुण की अजिहा कुछ कोई होर भी कर रहा है। एक नवा सवाल खड़ा हो रहा है कि संयुक्त किसान मोर्चे नूं या फिर किसानी आगुआं नूं सवाल पुछण वाले नूं की मोर्चा विरोधी सिद्ध करन दा बिरतांत सिरजिया जा रहा है। 22 जनवरी ਨੂੰ ਜੋ ਗੱਲ ਹੋਈ ਹੈ ਸਰਕਾਰ ਦੇ ਨਾਲ ਉਹਦੇ ਵਿੱਚ 3 ਸਾਲ ਦੀ ਸਸਪੈਂਸ਼ਨ ਦਾ ਜਿਹੜਾ ਪ੍ਰਪੋਜ਼ਲ ਇਹਨਾਂ ਨੂੰ ਮਿਲਿਆ ਤਾਂ ਉਸ ਤੋਂ ਬਾਅਦ ਸਾਡੀ ਲੀਡਰਸ਼ਿਪ ਜਿਹੜੀ ਹੈਗੀ ਆ ਉਹਦਾ ਅਪਰੋਚ ਇਹ ਬਣ ਗਿਆ ਕਿ ਜਦੋਂ ਅਸੀਂ ਸਸਪੈਂਸ਼ਨ ਦੇ ਉੱਤੇ ਹੀ ਮੰਨਣਾ ਤਾਂ ਫਿਰ ਆਪਾਂ ਟਕਰਾ ਕਿਉਂ ਕਰਨਾ। 3 ਸਾਲ ਦੀ ਸਸਪੈਂਸ਼ਨ ਦੀ ਗੱਲ ਤੁਸੀਂ ਮੈਨੂੰ ਪੁੱਛੋਗੇ ਮੇਰੇ ਕੋਲ ਕਿਵੇਂ ਹੈ। ਇਹਨਾਂ ਦੇ ਜਿਹੜੇ ਵਰਕਰ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਸਰਵੇ ਕਰਵਾਏ ਉਹਨਾਂ ਦੇ ਥਰੂ ਹੈ ਕਿ ਸਾਡੀਆਂ ਜਥੇਬੰਦੀਆਂ ਦੇ ਆਗੂ ਸਾਨੂੰ ਪੁੱਛਦੇ ਆ ਕਿ ਆਪਾਂ 3 ਸਾਲ ਦੀ ਸਸਪੈਂਸ਼ਨ ਤੇ ਮੰਨ ਜਾਈਏ। ਜੇ ਉਹ ਪ੍ਰਪੋਜ਼ਲ ਮਿਲੀ ਹੈ ਤਾਂ ਹੀ ਹੈ। ਔਰ 22 ਜਨਵਰੀ ਦੀ ਆਖਰੀ ਮੀਟਿੰਗ ਹੈ, ਹੁਣ ਤੱਕ ਸਾਡੀ 11ਵੀਂ ਤੇ ਆਖਰੀ ਮੀਟਿੰਗ ਹੈ, ਉਸ ਤੋਂ ਬਾਅਦ ਸਾਡੀ ਮੀਟਿੰਗ ਵੀ ਨਹੀਂ ਹੋਈ। ਆਰਐਸਐਸ ਦੀ ਇੱਕ ਆਈਡੀਓਲੋਜੀ ਹੈ ਕਿ ਜਿੰਨੂੰ ਮਾਰਨਾ ਹੁੰਦਾ ਨਾ ਉਹਨੂੰ ਪਹਿਲਾਂ ਬਦਨਾਮ ਕਰੋ। ਇਹ ਸਮਝੌਤਾ ਇੰਪਲੀਮੈਂਟ ਕਰਾਉਣ ਵਾਸਤੇ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਗਦਾਰ ਕਿਹਾ ਗਿਆ, ਉਹਨਾਂ ਨੂੰ ਹੁੱਲੜਬਾਜ਼ ਕਿਹਾ ਗਿਆ, ਉਹਨਾਂ ਨੂੰ ਸ਼ਰਾਰਤੀ ਕਿਹਾ ਗਿਆ। ਪੰਥਕ ਧਿਰਾਂ ਨੂੰ ਇਹ ਗੱਲ ਕਹੀ ਗਈ ਵੀ ਇਹਨਾਂ ਨੇ ਲਾਲ ਕਿਲੇ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਚਲਵਾਤਾ। ਜਦੋਂ ਨਿਸ਼ਾਨ ਸਾਹਿਬ ਜਿਹੜੀ ਸਿੱਖ ਰੈਜੀਮੈਂਟ ਦੀ ਰੈਜੀਮੈਂਟ ਜਿਹੜੀ ਹੈ ਆਪਣੀਆਂ ਗੱਡੀਆਂ ਤੇ ਲਾ ਕੇ ਮੋਰਚੇ ਦੇ ਉੱਤੇ ਸ਼ਹੀਦ ਹੋਣ ਜਾਂਦੀ ਹੈ, ਉਦੋਂ ਤਾਂ ਕੋਈ ਨਹੀਂ ਦੇਸ਼ ਧਰੋਹ ਹੁੰਦਾ। ਕੋਈ ਤਿਰੰਗਾ ਲਾ ਕੇ ਤਿਰੰਗੇ ਦਾ ਅਪਮਾਨ ਤਾਂ ਨਹੀਂ ਸੀ ਕੀਤਾ। ਜਿਹੜੀ ਬੋਲੀ ਸਰਕਾਰ ਨੇ ਬਾਅਦ 'ਚ ਬੋਲੀ, ਸਾਡੀ ਕਿਸਾਨ ਲੀਡਰਸ਼ਿਪ ਨੇ 27 ਨਵੰਬਰ ਨੂੰ ਪਹਿਲਾਂ ਹੀ ਬੋਲ ਦਿੱਤੀ ਕਿ ਤਾਂ ਗਦਾਰੀ ਕਰਦੀ ਤੁਸੀਂ। ਪੰਥਕ ਲੀਡਰ ਜਿਹੜੀਆਂ ਪੰਥਕ ਧਿਰਾਂ ਸੀਗੀਆਂ ਉਹਨਾਂ ਨੂੰ ਐਲੀਗੇਟ ਕਰਕੇ ਜਲੀਲ ਕਰਕੇ ਵੀ ਤੁਸੀਂ ਗਦਾਰੀ ਕੀਤੀ, ਉਹਨਾਂ ਨੂੰ ਘਰਾਂ ਨੂੰ ਤੋਰਿਆ। ਇਹ ਸਾਰੀਆਂ ਜਿਹੜੀਆਂ ਧਿਰਾਂ ਸੀਗੀਆਂ, ਨੌਜਵਾਨ ਧਿਰਾਂ, ਪੰਥਕ ਧਿਰਾਂ ਜਿਹੜੀਆਂ ਸੀਗੀਆਂ ਜਾਂ ਸੰਯੁਕਤ ਕਿਸਾਨ ਮੋਰਚੇ ਤੋਂ ਵੱਖਰੀ ਰਣਨੀਤੀ ਰੱਖਣ ਵਾਲੀਆਂ ਕੁਝ ਹੋਰ ਧਿਰਾਂ, ਉਹਨਾਂ ਨੂੰ ਵੀ ਜਿਹੜੀਆਂ ਕਹਿੰਦੀਆਂ ਸੀਗੀਆਂ ਕਿ ਲੋਕ ਮੋਰਚੇ ਦੀ ਲੋੜ ਤੇ ਲੋਕਾਂ ਦੀ ਸਮਰੱਥਾ ਦੇ ਮੁਤਾਬਕ ਮੋਰਚੇ ਨੂੰ ਲੜੋ, ਉਹਨਾਂ ਨੂੰ ਉੱਥੋਂ ਖਿਲਾਰਨ ਦੀ ਕੋਸ਼ਿਸ਼ ਕੀਤੀ ਗਈ। ਇਹਨਾਂ ਨੂੰ ਇਸੇ ਜੇ ਖਿਲਰੇਗਾ ਤਾਂ ਇੰਪਲੀਮੈਂਟ ਹੋਏਗਾ ਸਮਝੌਤਾ ਜਿਹੜਾ 22 ਜਨਵਰੀ ਨੂੰ ਸਰਕਾਰ ਨਾਲ ਕੀਤਾ। ਬਲਬੀਰ ਸਿੰਘ ਰਾਜੇਵਾਲ ਦੀ ਸਟੇਟਮੈਂਟ ਜਗਰਾਉਂ ਰੈਲੀ ਦੇ ਵਿੱਚ ਪ੍ਰੈਸ ਨੇ ਪੁੱਛਿਆ, ਉਹਨਾਂ ਨੇ ਕਿਹਾ ਵੀ ਸਰਕਾਰ ਸਾਡੇ ਨਾਲ ਕਾਨੂੰਨਾਂ ਤੇ ਗੱਲ ਕਰੇ, ਇਹਨਾਂ ਕੇਸਾਂ ਦਾ ਦਿੱਲੀ ਪੁਲਿਸ ਦੇਖੇ ਕੀ ਕਰਨਾ। 170 ਤੋਂ ਵੱਧ ਕੇਸ ਨੇ ਸਾਡੇ ਕੋਲ ਰਿਕਾਰਡ ਆ। 43 ਕੇਸ ਉਹ ਨੇ ਜਿਹੜੇ 29 ਜਨਵਰੀ ਨੂੰ ਪਿਛਲੀ ਸਟੇਜ ਤੇ ਹਮਲਾ ਹੋਇਆ ਸੀ, ਰਣਜੀਤ ਸਿੰਘ ਕਾਜ਼ਮਪੁਰ ਵਰਸਸ ਸਟੇਟ ਵਾਲਾ ਕੇਸ ਹੈ ਜਿਹੜਾ ਕਾਜ਼ਮਪੁਰ ਤੋਂ ਨੌਜਵਾਨ ਹੈ। 43 ਉਹਨੇ ਤੇ ਬਾਕੀ ਸਾਰੇ ਲਾਲ ਕਿਲਾ ਹਿੰਸਾ ਦੇ ਝੂਠੇ ਕੇਸ ਦੇ ਵਿੱਚ ਬੰਨੇ ਹੋਏ ਸਾਰੇ। ਔਰ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਗੈਰ ਜਮਹੂਰੀ ਤੇ ਗੈਰ ਕਾਨੂੰਨੀ ਤਰੀਕੇ ਨਾਲ ਦਿੱਲੀ ਪੁਲਿਸ ਚੁੱਕ ਕੇ ਲੈ ਕੇ ਜਾਂਦੀ। ਤਰਨਤਾਰਨ ਜ਼ਿਲ੍ਹੇ ਤੋਂ ਗੁਰਜੋਤ ਸਿੰਘ ਵਰਗਿਆਂ ਨੂੰ, ਜਦੋਂ ਕਿ ਗ੍ਰਹਿ ਮੰਤਰਾਲਾ ਪੰਜਾਬ ਦੀ ਪ੍ਰਵਾਨਗੀ ਤੋਂ ਬਿਨਾਂ ਦਿੱਲੀ ਪੁਲਿਸ ਇੱਥੇ ਐਂਟਰ ਨਹੀਂ ਕਰ ਸਕਦੀ ਤੇ ਉਹਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਂਦੀ ਹੈ। ਉਹਦੇ ਉੱਤੇ ਨਾ ਤਾਂ ਪੰਜਾਬ ਪੁਲਿਸ ਨੂੰ ਪੁੱਛਦੇ ਆ ਵੀ ਤੁਹਾਡੀ ਪ੍ਰਵਾਨਗੀ ਤੋਂ ਬਿਨਾਂ ਕਿਵੇਂ ਆਉਂਦੀ ਹੈ, ਤੇ ਨਾ ਦਿੱਲੀ ਪੁਲਿਸ ਨੂੰ ਤਾੜਨਾ। ਦੱਸੋ ਕਿਸੇ ਸਟੇਜ ਤੋਂ, ਕਿਸੇ ਪ੍ਰੈਸ ਕਾਨਫਰੰਸ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਕਿਸੇ ਆਗੂ ਨੇ ਕਿਹਾ ਹੋਵੇ ਵੀ ਦਿੱਲੀ ਪੁਲਿਸ ਪੰਜਾਬ ਕੀ ਲੈਣ ਆਉਂਦੀ ਹੈ? ਸੰਯੁਕਤ ਕਿਸਾਨ ਮੋਰਚੇ ਦੇ ਕਿਸੇ ਵੀ ਆਗੂ ਨੇ ਕਿਸੇ ਸਟੇਜ ਤੋਂ, ਕਿਸੇ ਪ੍ਰੈਸ ਕਾਨਫਰੰਸ ਦੇ ਵਿੱਚ ਜਾਂ ਕਿਸੇ ਵੀ ਹੋਰ ਕਿਸੇ ਰੈਲੀ ਦੇ ਵਿੱਚ ਇਹ ਗੱਲ ਕਹੀ ਹੋਵੇ? ਮੇਰੇ ਨੋਟਿਸ 'ਚ ਤਾਂ ਹੈ ਨਹੀਂ, ਸ਼ਾਇਦ ਤੁਹਾਡੇ ਵੀ ਨਾ ਹੋਵੇ ਵੀ ਕਿਤੇ ਕਿਹਾ ਹੋਵੇ ਕਿ ਦਿੱਲੀ ਪੁਲਿਸ ਜਿਹੜੀ ਆ ਉਹ ਨਵਰੀਤ ਦੀ ਕਾਤਲ ਆ, ਉਹਦੀ ਜਿਹੜੀ ਹੈਗੀ ਆ ਉਹ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ। ਅਸੀਂ ਮੰਗ ਕਰਦੇ ਹਾਂ, ਸੰਯੁਕਤ ਮੋਰਚਾ ਕਿਉਂ ਨਹੀਂ ਕਰਦਾ? ਜਾਂ ਉਹ ਆਪਣਾ ਪੱਖ ਸਪਸ਼ਟ ਕਰੇ ਵੀ ਭਾਈ ਸਾਡਾ ਜੀ ਤਾਂ ਮੰਨਦੇ ਹੀ ਨਹੀਂ। 4 ਫਰਵਰੀ ਨੂੰ ਇਹ ਵੀ ਸਾਰਿਆਂ ਨੂੰ ਪਤਾ ਕਿ 4 ਫਰਵਰੀ ਨੂੰ ਜਿਹੜੀ ਮਗਰਲੀ ਸਟੇਜ ਆ ਮਾਝੇ ਵਾਲਿਆਂ ਦੀ, ਪੰਨੂ ਪੰਧੇਰ ਵਾਲੀ ਸਟੇਜ ਆ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਆ, ਉੱਥੋਂ ਨਵਰੀਤ ਦੀ ਅੰਤਮ ਅਰਦਾਸ ਦਾ ਭੋਗ ਅਖੰਡ ਪਾਠ ਸਾਹਿਬ ਦਾ ਭੋਗ ਪੈ ਰਿਹਾ ਸੀਗਾ। ਉੱਥੇ ਅਖੰਡ ਪਾਠ ਸਾਹਿਬ ਦਾ ਭੋਗ ਪੈ ਰਿਹਾ ਸੀ ਔਰ ਉਸੇ ਦਿਨ ਹੀ ਸਿੰਘੂ ਬਾਰਡਰ ਦੀ ਸਟੇਜ ਦੇ ਉੱਤੋਂ ਭੰਗੜਾ ਪੈ ਰਿਹਾ ਸੀਗਾ। ਇਹਦਾ ਕਾਰਨ ਉਹੀ ਸਪਸ਼ਟ ਕਰ ਸਕਦੇ, ਹੋ ਸਕਦਾ ਭੰਗੜਾ ਹੀ ਜ਼ਰੂਰੀ ਹੋਵੇ। ਹੁਣ ਤੱਕ 7.5 ਮਹੀਨੇ ਨਵਰੀਤ ਦੇ ਮਾਤਾ ਪਿਤਾ ਦਾ ਸਨਮਾਨ ਸਿੰਘ ਸੰਯੁਕਤ ਮੋਰਚੇ ਨੂੰ ਯਾਦ ਹੀ ਨਹੀਂ ਆਇਆ। ਸਵਾਲ ਨਹੀਂ ਬਣਦਾ ਇਹ ਵੀ ਜੇ ਤੁਸੀਂ 22 ਫਰਵਰੀ ਨੂੰ ਵੀ ਸ਼ਹੀਦ ਮੰਨ ਲਿਆ ਸੀਗਾ ਤਾਂ ਤੁਹਾਡਾ ਬਣਦਾ ਨਹੀਂ ਸੀ ਕਿ ਫਰਵਰੀ ਦੇ ਮੁੱਕਦਿਆਂ ਤੁਸੀਂ ਬੁਲਾ ਕੇ ਸਨਮਾਨ ਕਰਦੇ? ਕਿਉਂ ਨਹੀਂ ਸਨਮਾਨ ਕੀਤਾ? ਤੇ 7.5 ਮਹੀਨਿਆਂ ਬਾਅਦ ਜਦੋਂ ਬੁਲਾਇਆ ਉਦੋਂ ਫੇਰ ਨਵਰੀਤ ਸ਼ਹੀਦ ਨਵਰੀਤ ਦਾ ਅਪਮਾਨ ਕੀਤਾ, ਉਹਦੇ ਮਤਲਬ ਕਿ ਪਿਓ ਤੇ ਉਹਦੇ ਦਾਦੇ ਦੇ ਵਿੱਚ ਇੱਕ ਦੂਜੇ ਤੇ ਐਲੀਗੇਸ਼ਨ ਲਵਾ ਕੇ। विरोधी अक्सर कहते हैं कि नरेंद्र मोदी के खिलाफ बोलने वाले नूं बीजेपी वाले देश द्रोही ऐलान देंदे ने। हुण की अजिहा कुछ कोई होर भी कर रहा है। एक नवा सवाल खड़ा हो रहा है कि संयुक्त किसान मोर्चे नूं या फिर किसानी आगुआं नूं सवाल पुछण वाले नूं की मोर्चा विरोधी सिद्ध करन दा बिरतांत सिरजिया जा रहा है। तुसीं देख रहे हो द खबरसार ते मैं हाँ तुहाडे नाल ठाकुर अमनदीप सिंह। इस बारे गलबात करांगे, सवाल आखिर क्यों खड़े हो रहे ने, क्यों अजिहा कहण नूं लोग मजबूर ने। साडे नाल इस वेले प्रोफैसर प्रभजोत सिंह घग्गा मौजूद ने, नौजवान किसान मजदूर यूनियन शहीदां तो। सब तो पहला स्वागत करांगे, फिर गलबात करांगे। भाजी बहुत स्वागत है खबरसार ते। हाँ जी, अमनदीप ठाकुर जी, मैं खबरसार वेख रहे सारे दर्शकों का ते तुहाडा तहे दिलों धन्नवाद करदा कि तुसीं मैनूं अपने चैनल राहीं
ਲੋਕਾਂ ਨੂੰ ਮੁਖਾਤਬ ਹੋਣ ਦਾ ਮੌਕਾ ਦਿੱਤਾ ਹੈ। ਮੇਰਾ ਪਹਿਲਾ ਹੀ ਸਵਾਲ ਇਹ, ਜਿਵੇਂ ਅਸੀਂ ਸ਼ੁਰੂਆਤ ਕੀਤੀ ਹੈ, ਜਿਵੇਂ ਬਾਪੂ ਡਿਪਟੀ ਜੀ ਨੇ ਵੀ ਗੱਲ ਕਹੀ ਹੈ ਵੀ ਜਿਹੜਾ ਹੁਣ ਸੰਯੁਕਤ ਕਿਸਾਨ ਮੋਰਚੇ ਨੂੰ ਸਵਾਲ ਪੁੱਛਦਾ ਹੈ ਜਾਂ ਫਿਰ ਲੀਡਰਾਂ ਨੂੰ ਸਵਾਲ ਪੁੱਛਦਾ ਹੈ, ਕਿਸਾਨੀ ਆਗੂਆਂ ਨੂੰ, ਉਸ ਨੂੰ ਮੋਰਚਾ ਵਿਰੋਧੀ ਦਿਖਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਅਜਿਹੀ ਸਾਜ਼ਿਸ਼ ਕੌਣ ਰਚ ਰਿਹਾ? ਦੇਖੋ ਸਾਡੇ ਨਾ ਮੁਲਕ ਦੇ ਵਿੱਚ, ਸਾਡੇ ਦੇਸ਼ ਦੇ ਵਿੱਚ ਜਿਹੜੀਆਂ ਰਾਜਨੀਤਿਕ ਤੇ ਗੈਰ ਰਾਜਨੀਤਿਕ ਜਿਹੜੀਆਂ ਧਿਰਾਂ ਨੇ ਜਾਂ ਜਿਹੜੇ ਦਲ ਨੇ ਜਾਂ ਪਾਰਟੀਆਂ ਨੇ, ਜਿਹੜੀਆਂ ਰਾਜਨੀਤਿਕ ਦਲ ਨੇ ਜਿਹੜੇ, ਉਹਨਾਂ ਦੀ ਜਿਹੜੀ ਇੱਕ ਵਿਚਾਰਧਾਰਕ ਸਮੱਸਿਆ ਰਹੀ ਹੈ, ਜਿਹੜੀ ਆਰਐਸਐਸ ਦੀ ਆਈਡੀਓਲੋਜੀ ਹੈ, ਮੈਂ ਉੱਥੋਂ ਚੱਲੂੰਗਾ, ਸੰਖੇਪ ਜੀ ਨਿਬੇੜੂੰਗਾ ਗੱਲ ਨੂੰ। ਆਰਐਸਐਸ ਦੀ ਇੱਕ ਆਈਡੀਓਲੋਜੀ ਹੈ ਕਿ ਜਿਹਨੂੰ ਮਾਰਨਾ ਹੁੰਦਾ ਨਾ ਉਹਨੂੰ ਪਹਿਲਾਂ ਬਦਨਾਮ ਕਰੋ। ਸ਼ੁਰੂ ਤੋਂ ਰਹੀ ਹੈ, ਤੁਸੀਂ ਮੁੱਢ ਤੋਂ ਦੇਖ ਲਓ। ਜਿਹੜੀ ਸਾਰੀ ਜਿਹੜੀ ਹੈਗੀ ਆ ਨਕਸਲਾਈਟ ਮੂਵਮੈਂਟ ਦਾ ਜਦੋਂ ਤੁਸੀਂ ਐਨਾਲਿਸਿਸ ਕਰਦੇ ਹੋ ਤਾਂ ਉੱਥੇ ਉਹਨਾਂ ਨੂੰ ਕਿਹਾ ਗਿਆ, ਉਦੋਂ ਵੀ ਉਹਨਾਂ ਨੂੰ ਇਹੀ ਕਿਹਾ ਗਿਆ ਕਿ ਦੇਸ਼ ਵਿਰੋਧੀ ਨੇ, ਰਾਸ਼ਟਰ ਵਿਰੋਧੀ ਨੇ, ਰਾਸ਼ਟਰ ਵਿਰੋਧੀ ਗਤੀਵਿਧੀਆਂ ਕਰ ਰਹੇ ਆ। ਪਹਿਲਾਂ ਉਹਨਾਂ ਨੂੰ ਪੇਸਟ ਕੀਤਾ ਜਾਂਦਾ ਦੇਸ਼ ਵਿਰੋਧੀ, ਫਿਰ ਉਹਨਾਂ ਨੂੰ ਮਾਰਿਆ ਜਾਂਦਾ ਅੱਤਵਾਦੀ ਕਹਿ ਕੇ। ਫਿਰ ਖਾੜਕੂਵਾਦ ਦਾ ਇੱਕ ਦੌਰ ਚੱਲਿਆ, ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ, ਪੰਜਾਬ ਦੇ ਜੈਨੂਅਨ ਰਾਈਟਸ ਦੀ ਗੱਲ ਕਰਨ ਵਾਲਿਆਂ ਨੂੰ ਪਹਿਲਾਂ ਅੱਤਵਾਦੀ ਸਿੱਧ ਕੀਤਾ ਗਿਆ, ਘੋਸ਼ਿਤ ਕੀਤਾ ਗਿਆ, ਫਿਰ ਉਹਨਾਂ ਨੂੰ ਮਾਰਿਆ ਗਿਆ, ਆਪਰੇਸ਼ਨ ਬਲੂ ਸਟਾਰ ਤੱਕ ਕਰਵਾਇਆ ਗਿਆ ਔਰ ਉਹਨੂੰ ਰਾਸ਼ਟਰ ਬਚਾਉਣ ਦਾ ਕੰਮ ਸਿੱਧ ਕੀਤਾ ਗਿਆ। ਇਹ ਸਟੇਟ ਕਰਦੀ ਹੈ, ਨੈਰੇਟਿਵ ਸਿਰਜਦੀ ਹੈ, ਪਹਿਲਾਂ ਜਿਹੜੀ ਵਿਰੋਧੀ ਧਿਰ ਹੁੰਦੀ ਹੈ ਉਹਨੂੰ ਪਹਿਲਾਂ ਬਦਨਾਮ ਕਰਦੀ ਹੈ ਕਿ ਲੋਕਾਂ ਨੂੰ ਉਹਦੇ ਖਿਲਾਫ ਕਰਦੀ ਹੈ। ਭਰਾ ਮਾਰੂ ਜੰਗ ਕਰਾਉਣ ਦੀ ਜਿਹੜੀ ਆਈਡੀਓਲੋਜੀ ਹੈ ਇਹ ਆਰਐਸਐਸ ਦੀ, ਔਰ ਆਰਐਸਐਸ ਦੀਆਂ ਭਾਈਵਾਲ ਜਿਹੜੀਆਂ ਵੀ ਧਿਰਾਂ ਨੇ ਇੱਥੇ, ਜਿਹੜੀ ਇਦਾਂ ਦੇ ਬਿਰਤਾਂਤ ਸਿਰਜਦੀਆਂ ਨੇ। ਪਹਿਲਾਂ ਜਿਹੜਾ ਵਿਰੋਧੀ ਨੂੰ ਬਦਨਾਮ ਕਰੋ, ਲੋਕਾਂ ਨੂੰ ਉਹਦੇ ਖਿਲਾਫ ਕਰੋ, ਫਿਰ ਉਹਨੂੰ ਮਾਰੋ, ਫਿਰ ਲੋਕ ਕਹਿਣ ਵੀ ਇਹ ਤਾਂ ਮਰਨਾ ਹੀ ਚਾਹੀਦਾ ਸੀਗਾ, ਇਹ ਸਹੀ ਕੀਤਾ, ਰਾਸ਼ਟਰ ਦੇ ਹਿੱਤ ਦਾ ਕਾਰਾ ਕੀਤਾ। ਹੁਣ ਇਹ ਚਲੋ ਸਰਕਾਰਾਂ ਨੇ, ਸਟੇਟ ਨੇ ਤਾਂ ਇਹ ਕੰਮ ਕਰਨਾ ਹੀ ਸੀਗਾ, ਪਰ ਮੈਂ ਜਿਵੇਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਜਿਹੜੀਆਂ ਰਾਜਨੀਤਿਕ ਧਿਰਾਂ ਤੇ ਗੈਰ ਰਾਜਨੀਤਿਕ ਧਿਰਾਂ ਦੀ ਜਿਹੜੀ ਸਮੱਸਿਆ ਰਹੀ ਹੈ, ਉਹ ਆਈਡੀਓਲੋਜੀਕਲੀ ਇੱਥੋਂ ਦੀਆਂ ਧਿਰਾਂ ਦੇ ਵਿੱਚ ਵਸੀ ਹੋਈ ਆ, ਮਾਨਸਿਕਤਾ ਦੇ ਵਿੱਚ ਘਰ ਕਰ ਚੁੱਕੀ ਹੈ। ਹੁਣ ਇਹੀ ਚੀਜ਼ ਜਿਹੜਾ ਸਾਡਾ ਕਿਸਾਨੀ ਅੰਦੋਲਨ ਹੈਗਾ ਆ, ਕਿਸਾਨੀ ਅੰਦੋਲਨ ਪਿਛਲੇ ਲਗਭਗ 1.25 ਸਾਲ ਤੋਂ ਚੱਲ ਰਿਹਾ, ਪੰਜਾਬ ਤੋਂ ਸ਼ੁਰੂ ਹੋਇਆ, ਦਿੱਲੀ ਦੇ ਵਿੱਚ ਦਾਖਲ ਹੋਏ ਨੂੰ ਲਗਭਗ 10 ਮਹੀਨੇ ਹੋ ਚੱਲੇ ਆ। ਉੱਥੇ ਵੀ ਸਵਾਲ ਇਹੀ ਹੈ ਕਿ ਸਾਡੀ ਇਹ ਜਿਹੜੀ ਵਿਚਾਰਧਾਰਕ ਸਮੱਸਿਆ ਰਹੀ ਹੈ ਕਿ ਜਿਹੜੇ ਲੋਕ ਉਹਨਾਂ ਨਾਲ ਵਿਚਾਰਧਾਰਕ ਮਤਭੇਦ ਰੱਖਦੇ ਆ ਸੰਯੁਕਤ ਕਿਸਾਨ ਮੋਰਚੇ ਦੇ ਨਾਲ, ਸੰਯੁਕਤ ਕਿਸਾਨ ਮੋਰਚੇ ਜਿਹੜਾ ਦਿੱਲੀ ਕਿਸਾਨ ਅੰਦੋਲਨ, ਉਹਨੂੰ ਸਿਰਫ ਸੰਯੁਕਤ ਕਿਸਾਨ ਮੋਰਚਾ ਨਹੀਂ ਲੜ ਰਿਹਾ, ਉਹਨੂੰ ਪੂਰੇ ਵਿਸ਼ਵ ਦੇ ਵਿੱਚ ਬੈਠੇ ਜਿਹੜੇ ਪੰਜਾਬੀ ਕਿਸਾਨ ਨੇ, ਇਸ ਮੁਲਕ ਦੇ ਜਿਹੜੇ ਕਿਸਾਨ ਨੇ, ਉਹ ਔਰ ਉਹਨਾਂ ਦੇ ਹਮਾਇਤੀ ਨੇ ਜਿਹੜੇ ਉਹ ਰਲ ਕੇ ਲੜ ਰਹੇ ਆ। ਠੀਕ ਹੈ, ਸੰਯੁਕਤ ਕਿਸਾਨ ਮੋਰਚੇ ਨੂੰ ਉਹਨਾਂ ਨੇ ਅਗਵਾਈ ਦਿੱਤੀ ਹੈ, ਪਰ ਉਹਦੇ ਨਾਲ ਹੋਰ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ, ਬਹੁਤ ਸਾਰੀਆਂ ਪੰਥਕ ਧਿਰਾਂ, ਬਹੁਤ ਸਾਰੀਆਂ ਨੌਜਵਾਨ ਜਥੇਬੰਦੀਆਂ, ਵੱਖ-ਵੱਖ ਜਨਤਕ ਜਥੇਬੰਦੀਆਂ ਉਹਨੂੰ ਹਮਾਇਤ ਦੇ ਕੇ ਸਾਂਝੇ ਰੂਪ 'ਚ ਲੋਕ ਇਹਨੂੰ ਲੜ ਰਹੇ ਆ। ਔਰ ਜਦੋਂ ਸਾਂਝੇ ਘੋਲ ਹੁੰਦੇ ਆ ਉਹਦੇ ਵਿੱਚ ਮਤਭੇਦ ਹੋ ਸਕਦੇ ਆ। ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਕਿ ਜਿਨ੍ਹਾਂ ਦੇ ਉਹਨਾਂ ਨਾਲ ਮਤਭੇਦ ਆ, ਭਾਵੇਂ ਨੌਜਵਾਨ ਕਿਸਾਨ ਮਜ਼ਦੂਰ ਯੂਨੀਅਨ ਸ਼ਹੀਦਾਂ ਦੇ ਮਤਭੇਦ ਆ, ਭਾਵੇਂ ਕਿਸੇ ਹੋਰ ਧਿਰ ਦੇ ਮਤਭੇਦ ਹੋਣ, ਉਹਨਾਂ ਮਤਭੇਦਾਂ ਨੂੰ, ਸਵਾਲਾਂ ਨੂੰ ਜੀ ਆਇਆਂ ਕਹਿਣਾ ਚਾਹੀਦਾ, ਵੈਲਕਮ ਕਹਿਣਾ ਚਾਹੀਦਾ, ਕਿਉਂਕਿ ਉਹ ਸਵਾਲ ਜਿਹੜਾ ਤੁਹਾਨੂੰ ਸਵਾਲ ਕਰ ਰਿਹਾ ਤੁਹਾਡਾ ਦੁਸ਼ਮਣ ਨਹੀਂਗਾ, ਉਹ ਸਵਾਲ ਤੁਹਾਡੀ ਬਿਹਤਰੀ ਵਾਸਤੇ ਕਰ ਰਿਹਾ। ਜੇ ਕਿਸਾਨ ਅੰਦੋਲਨ ਦੀ ਅਗਵਾਈ ਤੁਸੀਂ ਕਰ ਰਹੇ ਹੋ, ਜੇ ਬੰਦੇ ਤੁਹਾਨੂੰ ਕੋਈ ਜਥੇਬੰਦੀ ਜਾਂ ਕੋਈ ਵਿਅਕਤੀ ਜਿਹੜਾ ਹੈਗਾ ਜਾਂ ਕੋਈ ਧਿਰ ਤੁਹਾਨੂੰ ਕਿਸਾਨ ਅੰਦੋਲਨ ਦੇ ਬਾਬਤ ਸਵਾਲ ਕਰਦਾ, ਤਾਂ ਉਹ ਵਿਰੋਧ ਨਹੀਂ ਕਰ ਰਿਹਾ, ਉਹ ਕਿਸਾਨ ਅੰਦੋਲਨ ਦੀ ਪ੍ਰਫੁੱਲਤਾ ਵਾਸਤੇ, ਉਹਨੂੰ ਅੱਗੇ ਲੈ ਕੇ ਜਾਣ ਵਾਸਤੇ, ਉਹਦੀ ਮਜ਼ਬੂਤੀ ਲਈ ਸਵਾਲ ਕਰ ਰਿਹਾ। ਤਾਂ ਸੰਯੁਕਤ ਕਿਸਾਨ ਮੋਰਚੇ ਦੀ ਅਪਰੋਚ ਇਹ ਹੋਣੀ ਚਾਹੀਦੀ ਕਿ ਉਹਨੂੰ ਵੈਲਕਮ ਕਹੇ, ਜਿਹੜੀ ਉਹ ਗੱਲ ਕਹਿਣੀ ਚਾਹੁੰਦਾ ਉਹਨੂੰ ਜੋ ਕਮੀ ਹੈਗੀ ਤਾਂ ਉਹਨੂੰ ਦੂਰ ਕਰਦੇ, ਅੱਗੇ ਨੂੰ ਵਧੇ। ਪਰ ਇੱਥੇ ਉਲਟਾ ਹੋ ਰਿਹਾ, ਉਹ ਜਿਹੜੀ ਅਪਰੋਚ ਹੈਗੀ ਹੈ ਇੰਡੀਅਨ ਏਜੰਸੀਆਂ ਦੀ, ਇੰਡੀਅਨ ਸਟੇਟ ਦੀ ਜਾਂ ਆਰਐਸਐਸ ਦੀ ਜਿਹੜੀ ਅਪਰੋਚ ਆ ਕਿ ਜਿਹੜਾ ਬੰਦਾ ਵਿਰੋਧੀ ਗੱਲ, ਜਿਹੜਾ ਬੰਦਾ ਤੁਹਾਡੇ ਨਾਲ ਮੁਤਫਿਕ ਨਹੀਂ, ਤੁਹਾਡੇ ਪੈਰਲਲ ਕੋਈ ਹੋਰ ਗੱਲ ਕਰਦਾ ਜਾਂ ਤੁਹਾਡੇ ਨਾਲ ਮਤਭੇਦ ਜ਼ਾਹਰ ਕਰਦਾ, ਸਹਿਮਤੀ ਜ਼ਾਹਰ ਕਰਦਾ, ਉਹਨੂੰ ਬਦਨਾਮ ਕਰੋ। ਠੀਕ ਹੈ, ਤੇ ਫਿਰ ਉਸ ਤੋਂ ਬਾਅਦ ਬਦਨਾਮ ਕਰਨ ਤੋਂ ਬਾਅਦ ਉਹਨੂੰ ਜਿਹੜਾ ਹੈਗਾ ਉਹ ਲੋਕਾਂ ਦੇ ਵਿੱਚੋਂ ਭਾਈ ਇਹ ਗੱਲ ਪ੍ਰੋਫੈਸਰ ਸਾਹਿਬ ਕਦੋਂ ਤੁਹਾਡੀ ਨੌਲੇਜ ਵਿੱਚ ਆਈ ਹੈ? ਮਤਲਬ ਇਹ ਗੱਲ ਸੋਚਣ ਬਾਰੇ ਤੁਹਾਨੂੰ ਕਿਉਂ ਮਜਬੂਰ ਹੋਣਾ ਪਿਆ? ਦੇਖੋ ਬੜਾ ਸਪਸ਼ਟ ਸਵਾਲ ਹੈ। ਜਦੋਂ 26 ਨਵੰਬਰ ਤੋਂ ਸ਼ੁਰੂ ਕਰ ਲਓ ਤੁਸੀਂ, 26 ਨਵੰਬਰ ਨੂੰ ਜਦੋਂ ਆਪਾਂ ਉੱਥੇ ਗਏ ਆ, ਉਦੋਂ ਤਾਂ ਚਲੋ ਇੱਕ ਮੋਰਚੇ ਦਾ ਜਲਾਅ ਹੀ ਹੋਰ ਸੀ ਨਾ। ਹਾਲਾਂਕਿ ਸਾਡੀ ਬਹੁਤ ਸਾਰੀ ਲੀਡਰਸ਼ਿਪ ਬੈਰੀਗੇਡ ਤੋੜ ਕੇ ਟੱਪ ਕੇ ਦਿੱਲੀ ਜਾਣ ਵਾਲਿਆਂ ਨਾਲ ਸਹਿਮਤ ਨਹੀਂ ਸੀਗੀ। ਇਹ ਤਾਂ ਇਤਿਹਾਸ 'ਚ ਦਰਜ ਹੈ ਨਾ, ਹੁਣ ਤਾਂ ਮੀਡੀਆ ਦੇ ਵਿੱਚ ਸਾਰਾ ਕੁਝ ਦਰਜ ਹੈ ਕਿ ਸਾਡੀ ਲੀਡਰਸ਼ਿਪ ਦਾ ਵੱਡਾ ਹਿੱਸਾ, ਕਿਸਾਨ ਲੀਡਰਸ਼ਿਪ ਦਾ ਵੱਡਾ ਹਿੱਸਾ ਇਹ ਕਹਿ ਰਿਹਾ ਸੀਗਾ ਕਿ ਆਪਾਂ ਰੋਕਾਂ ਨਹੀਂ ਤੋੜਨੇ, ਜਿੱਥੇ ਹਰਿਆਣਾ ਪੁਲਿਸ ਰੋਕੂਗੀ ਉੱਥੇ ਬਹਿ ਜਾਣਾ। ਤੇ ਵੱਡੀ ਗਿਣਤੀ ਜਿਹੜੀ ਬੈਰੀਗੇਡ ਤੋੜਨ ਵਾਲਿਆਂ ਦੇ ਵਿੱਚ ਨੌਜਵਾਨਾਂ ਦੀ ਸੀਗੀ, ਨੌਜਵਾਨ ਬੈਰੀਗੇਡ ਤੋੜ ਕੇ ਦਿੱਲੀ ਲੈ ਗਏ, ਪਰ ਉਦੋਂ ਮੋਰਚੇ ਦਾ ਜਲਾਅ ਹੀ ਹੋਰ ਸੀਗਾ। ਉਦੋਂ ਉਹ ਨੌਜਵਾਨਾਂ ਦੇ ਖਿਲਾਫ ਬੋਲ ਨਹੀਂ ਸਕੇ, ਹਾਲਾਂਕਿ ਉਦੋਂ ਵੀ ਉਹਨਾਂ ਤੋਂ ਉਹਨਾਂ ਨੂੰ ਪ੍ਰੋਬਲਮ ਸੀਗੀ ਕਿ ਇਹ ਸਾਨੂੰ ਜਿੱਥੇ ਅਸੀਂ ਨਹੀਂ ਸੀ ਆਉਣਾ ਚਾਹੁੰਦੇ ਉੱਥੇ ਸਾਨੂੰ ਲੈ ਕੇ ਆਏ ਆ। ਜੇ ਜਾਣਾ ਚਾਹੁੰਦੇ ਸੀਗੇ ਤਾਂ ਫਿਰ ਬਹੁਤ ਸਾਰੇ ਲੀਡਰ, ਕੋਈ ਸ਼ੰਭੂ ਬਾਰਡਰ ਦੇ ਉੱਤੇ ਪਾਠ ਕਰਨ ਲੱਗ ਗਿਆ ਘੰਟਾ ਬਹਿ ਕੇ, ਕੋਈ ਚੀਕੇ ਬਾਰਡਰ ਤੋਂ ਆਪਣੀਆਂ ਗੱਡੀਆਂ ਮੋੜ ਕੇ ਲੈ ਗਿਆ, ਕੋਈ ਜਿਹੜਾ ਹੈਗਾ ਉਹ ਖਨੌਰੀ ਬਾਰਡਰ ਦੇ ਉੱਤੇ ਇਹ ਕਹਿੰਦਾ ਸੀਗਾ ਕਿ ਇੱਕ ਹਫ਼ਤਾ ਅਸੀਂ ਇੱਥੇ ਹੀ ਬਹਿਣਾ, ਅਸੀਂ ਤਾਂ ਜਾਣਾ ਹੀ ਨਹੀਂਗਾ। ਤਾਂ ਇਟ ਮੀਨਸ ਤਾਂ ਫਿਰ ਲੋਕ ਤੁਹਾਨੂੰ ਲੈ ਕੇ ਗਏ ਆ, ਪ੍ਰੋਬਲਮ 'ਚ ਸੀਗੇ, ਪਰ ਲੋਕਾਂ ਦਾ ਦਬਾਅ, ਲੋਕਾਂ ਦਾ ਪ੍ਰੈਸ਼ਰ, ਲੋਕਾਂ ਦਾ ਜਿਹੜਾ ਫਤਵਾ ਸੀਗਾ ਉਹ ਉਹਨਾਂ ਨੂੰ ਦਿੱਲੀ ਲੈ ਗਿਆ। ਪਰ ਉਸ ਤੋਂ ਬਾਅਦ ਫਿਰ ਲਗਾਤਾਰ ਇਹ ਕੋਸ਼ਿਸ਼ ਕੀਤੀ ਗਈ ਵੀ ਇਹ ਜਿਹੜਾ ਹੁਣ ਮੋਰਚਾ ਆ, ਜਿਹੜਾ ਲੋਕ ਜਿਹੜੇ ਹੈਗੇ ਨੇ ਇਸ ਮੋਰਚੇ ਦੇ ਉੱਤੇ ਇਸ ਢੰਗ ਦੇ ਨਾਲ ਜਿਹੜੀ ਹੈਗੀ ਆ ਉਹ ਇਹਦੀ ਲੋਕ ਅਗਵਾਈ ਕਰ ਰਹੇ ਆ, ਲੋਕ ਜਿਹੜੇ ਹੈਗੇ ਨੇ ਉਹਦੀ ਧਿਰ ਬਣ ਕੇ, ਉਹਦੇ ਆਗੂ ਬਣ ਕੇ ਉਸ ਮੋਰਚੇ ਨੂੰ ਰਨ ਕਰ ਰਹੇ ਆ, ਉਹਨੂੰ ਆਪਣੀ ਮੁੱਠੀ ਦੇ ਵਿੱਚ ਦੁਬਾਰਾ ਕਿਵੇਂ ਲੈ ਕੇ ਆਉਣਾ। ਫਿਰ ਉਹਦੇ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਸ਼ੁਰੂ ਹੋਈਆਂ। ਤੁਸੀਂ ਅੱਜ ਕੁਝ 6 ਸਵਾਲ ਵੀ ਰੱਖੇ ਨੇ ਸੰਯੁਕਤ ਕਿਸਾਨ ਮੋਰਚੇ ਦੇ ਸਾਹਮਣੇ, ਉਹ ਸਵਾਲ ਕੀ ਨੇ
ਤੇ ਉਹ ਕਿਉਂ ਰੱਖਣੇ ਪਏ ਤੁਹਾਨੂੰ? ਸਵਾਲ ਦੇਖੋ, ਜਿਹੜਾ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੁੱਖ ਮੁੱਦਾ ਸੀਗਾ ਉਹ ਠੀਕ ਹੈ, ਉਹਦੇ ਵਿੱਚ ਕਿਸਾਨ ਅੰਦੋਲਨ ਦੇ ਜਿਹੜੇ ਮੌਜੂਦਾ ਹਾਲਾਤ ਨੇ ਉਹਨਾਂ ਬਾਰੇ ਵੀ ਅਸੀਂ ਗੱਲ ਕੀਤੀ ਹੈ। ਉਹਦੀ ਭਵਿੱਖੀ ਰਣਨੀਤੀ ਕੀ ਹੈ, ਲੋਕਾਂ ਦੀ ਨਬਜ਼ ਕੀ ਹੈ। ਜਿਹੜੀ ਗੱਲ ਬਾਪੂ ਹਰਦੀਪ ਸਿੰਘ ਡਿਪਟੀ ਨੇ ਕਹੀ ਕਿ ਜੇ ਮੁਜ਼ੱਫਰਨਗਰ 5 ਲੱਖ ਬੰਦਿਆਂ ਨੂੰ ਅਸੀਂ ਸੰਯੁਕਤ ਮੋਰਚੇ ਦੇ ਸੱਦੇ ਤੋਂ ਆ ਸਕਦੇ ਆ, ਜੇ ਕਰਨਾਲ ਦੇ ਵਿੱਚ ਲੱਖਾਂ ਦਾ ਇਕੱਠ ਕਰਕੇ ਜਿਹੜੇ ਸਾਡਾ ਸ਼ਹੀਦ ਆ ਸੁਸ਼ੀਲ ਕਾਜਲ 6 ਦਿਨਾਂ 'ਚ ਉਹਨੂੰ ਇਨਸਾਫ ਲੈ ਕੇ ਦੇ ਸਕਦੇ ਆ, ਤਾਂ ਫਿਰ ਜਿਹੜੀ ਰਾਜਧਾਨੀ ਦਿੱਲੀ ਰਾਜਧਾਨੀ ਨਾਲ ਸਾਡੀ ਲੜਾਈ ਹੈ, ਫਿਰ ਅਸੀਂ ਉੱਧਰ ਨੂੰ ਰੁੱਖ ਕਿਉਂ ਨਹੀਂ ਕਰਦੇ? ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਦੁਬਾਰਾ 9.5 ਮਹੀਨਿਆਂ ਦੇ ਵਿੱਚ ਵੀ ਇਹ ਸਿੱਧ ਕਰਤਾ ਕਿ ਜੇ ਸਾਨੂੰ ਅੱਜ ਵੀ ਸੱਦੋਗੇ ਤਾਂ ਉਸੇ ਜਲਾਅ ਦੇ ਵਿੱਚ ਅਸੀਂ ਆਉਣ ਨੂੰ ਤਿਆਰ ਹਾਂ। ਇੱਕ ਮੁੱਦਾ ਤਾਂ ਇਹਦਾ ਇਹ ਸੀਗਾ ਕਿ ਇਹਦੀ ਰਣਨੀਤੀ ਹੈ, ਉਹ ਇਹ ਨਹੀਂ ਕਹਿੰਦੇ ਵੀ ਦਿੱਲੀ ਉਹ ਰਣਨੀਤੀ ਜਿਹੜੀ ਸਰਕਾਰ ਨੂੰ ਝੁਕਣ ਲਈ ਮਜਬੂਰ ਕਰੇ ਔਰ ਵੱਡੀ ਕਾਲ ਹੋਣੀ ਚਾਹੀਦੀ ਹੈ। ਇਹਦੀ ਮੰਗ ਲੋਕ ਕਰ ਰਹੇ ਆ ਔਰ ਇਹ ਮੰਗ ਲੋਕਾਂ ਨੇ 2 ਇਕੱਠਾਂ ਦੇ ਵਿੱਚ ਆਪਣੀ ਭਰਵੀਂ ਗਿਣਤੀ ਜਿਹੜੀ ਆਪਣੀ ਭਰਵੀਂ ਹਾਜ਼ਰੀ ਲਵਾ ਕੇ ਕਰ ਦਿੱਤੀ ਹੈਗੀ ਹੈ। ਇਹ ਸਵਾਲ ਸੀਗਾ ਔਰ ਵਿਸ਼ੇਸ਼ ਮਸਲਾ ਇਹ ਸੀਗਾ ਕਿ ਸ਼ਹੀਦ ਨਵਰੀਤ ਸਿੰਘ ਦਾ ਜਿਹੜਾ ਪਰਿਵਾਰਕ ਮਸਲਾ, ਉਹਦੇ ਬਾਬਤ ਜਿਹੜਾ ਸੰਯੁਕਤ ਕਿਸਾਨ ਮੋਰਚੇ ਸਿੰਘੂ ਬਾਰਡਰ ਦੀ ਸਟੇਜ ਜਿਹੜਾ ਭੁਲੇਖਾ ਸਿਰਜਿਆ ਗਿਆ ਪਿਛਲੇ ਦਿਨੀ, ਉਹਦੇ ਉੱਤੇ ਫੋਕਸਡ ਸੀਗਾ। ਭੁਲੇਖਾ ਕਿਵੇਂ ਸਿਰਜਿਆ ਗਿਆ? ਮਤਲਬ ਤੁਸੀਂ ਕਿਵੇਂ ਕਹਿੰਦੇ ਹੋ ਵੀ ਭੁਲੇਖਾ ਸਿਰਜਿਆ ਗਿਆ? ਭੁਲੇਖਾ ਇਸ ਕਰਕੇ ਸਿਰਜਿਆ ਗਿਆ ਕਿ ਪਰਿਵਾਰਕ ਮਸਲਾ ਸਿੰਘੂ ਬਾਰਡਰ ਦੀ ਸਟੇਜ ਜਾਂ ਸਿੰਘੂ ਬਾਰਡਰ ਦੀ ਸਟੇਜ, ਟਿੱਕਰੀ ਬਾਰਡਰ ਦੀ ਸਟੇਜ, ਗਾਜ਼ੀਪੁਰ ਬਾਰਡਰ ਦੀ ਸਟੇਜ ਜਾਂ ਕਿਸੇ ਵੀ ਸੰਘਰਸ਼ ਨੂੰ ਲੈ ਕੇ ਲਾਈ ਹੋਈ ਸਟੇਜ ਕਿਸੇ ਪਰਿਵਾਰ ਦੇ ਮਸਲਿਆਂ ਨੂੰ ਨਜਿੱਠਣ ਵਾਸਤੇ ਨਹੀਂ ਹੁੰਦੀ, ਉਹਨਾਂ ਨੂੰ ਉਭਾਰਨ ਵਾਸਤੇ ਨਹੀਂ ਹੁੰਦੀ। ਉਹ ਕਿਸਾਨੀ ਅੰਦੋਲਨ ਜਿਹੜਾ ਆ ਉਹਦੇ ਬਾਬਤ ਗੱਲਾਂ ਕਰਨ ਵਾਸਤੇ, ਉਹਦੇ ਬਾਰੇ ਰਣਨੀਤੀ ਤੈਅ ਕਰਨ ਵਾਸਤੇ, ਉਹਦੇ ਬਾਰੇ ਲੋਕਾਂ ਨੂੰ ਸਿਆਣੇ ਕਰਨ ਵਾਸਤੇ ਉਹ ਸਟੇਜ ਲੱਗੀ ਹੋਈ ਹੈ। ਜੇ ਇਹ ਮੰਨ ਵੀ ਲਿਆ ਜਾਵੇ ਕਿ ਸਰਦਾਰ ਵਿਕਰਮਜੀਤ ਸਿੰਘ ਹੁੰਦਲ ਜਿਹੜੇ ਸ਼ਹੀਦ ਨਵਰੀਤ ਸਿੰਘ ਦੇ ਪਿਤਾ ਜੀ ਨੇ ਸਨਮਾਨਯੋਗ, ਜੇ ਉਹਨਾਂ ਦੀਆਂ ਸਾਰੀਆਂ ਗੱਲਾਂ ਜੋ ਉਹਨਾਂ ਨੇ ਆਪਣੇ ਪਿਤਾ ਬਾਪੂ ਹਰਦੀਪ ਸਿੰਘ ਡਿੱਬੇ ਬਾਰੇ ਕਹੀਆਂ, ਠੀਕ ਹੈ, ਹਾਲਾਂਕਿ ਮੈਂ ਵੀ ਇਹ ਹੱਕ ਨਹੀਂ ਰੱਖਦਾ ਕਿ ਉਹਨਾਂ ਦੇ ਪਰਿਵਾਰਕ ਮਸਲੇ ਨੂੰ ਮੈਂ ਇਸ ਮਾਈਕ ਤੇ ਵੀ ਉਠਾਵਾਂ, ਪਰ ਇੰਨੀ ਕੁ ਗੱਲ ਕਰਨੀ ਜ਼ਰੂਰੀ ਹੈ। ਤੁਸੀਂ ਸਵਾਲ ਪੁੱਛਿਆ ਕਿ ਜੇ ਉਹਨਾਂ ਦੀਆਂ ਸਾਰੀਆਂ ਗੱਲਾਂ 100% ਸਹੀ ਹੋਣ ਸਰਦਾਰ ਵਿਕਰਮਜੀਤ ਸਿੰਘ ਹੁੰਦਲ ਦੀਆਂ, ਤਾਂ ਵੀ ਸਿੰਘੂ ਬਾਰਡਰ ਦੀ ਸਟੇਜ ਦੇ ਉੱਤੋਂ ਜਿਹੜੀ ਕਿਸਾਨ ਲੀਡਰਸ਼ਿਪ ਆ ਸਾਡੀ, ਉਹਨੂੰ ਇਸ ਗੱਲ ਤੋਂ ਵਰਜਣਾ ਚਾਹੀਦਾ ਸੀਗਾ ਕਿ ਤੁਸੀਂ ਆਪਣਾ ਪਰਿਵਾਰਕ ਮਸਲਾ ਭਾਈ ਆਪਣੇ ਘਰ ਬਹਿ ਕੇ ਨਜਿੱਠੋ। ਉਹਨੂੰ ਇਹ ਗੱਲ ਦੀ ਉਹਨੂੰ ਸੁਜੈਸ਼ਨ ਦਿੱਤੀ ਜਾਣੀ ਚਾਹੀਦੀ ਸੀਗੀ। ਤੇ ਜੇ ਉਹਨਾਂ ਨੂੰ ਕਹਿੰਦੇ ਤੁਸੀਂ ਫਿਰ ਵੀ ਪਬਲਿਕ 'ਚ ਲਿਆਉਣਾ ਚਾਹੁੰਦੇ ਤਾਂ ਬਹੁਤ ਸਾਰੇ ਸੋਸ਼ਲ ਮੀਡੀਆ ਮਾਧਿਅਮ ਨੇ ਉੱਥੋਂ ਦੇ ਲਓ। ਸਾਡੀ ਸਟੇਜ ਦੇ ਉੱਤੋਂ ਇਸ ਕਿਸਮ ਦੀ ਗੱਲ ਜਿਹਦੇ ਨਾਲ ਤੁਹਾਡਾ ਪਰਿਵਾਰਕ ਵਿਵਾਦ ਜਿਹੜਾ ਖਿਲਰੇ ਤੇ ਲੋਕਾਂ ਦੇ ਵਿੱਚ ਗਲਤ ਮੈਸੇਜ ਆਵੇ, ਜਿਹੜੀ ਦੁਨੀਆ ਦੀ ਐਡੀ ਵੱਡੀ ਸਟੇਜ ਹੈ, ਉੱਥੋਂ ਨਹੀਂ ਕਰਨਾ ਚਾਹੀਦਾ, ਇਹ ਕਰਨਾ ਚਾਹੀਦਾ। ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਉਹ ਭੁਲੇਖਾ ਸਿਰਜੇ ਕਿ ਅੱਜ ਤੁਸੀਂ ਹੋ, ਮੈਂ ਆ ਜਾਂ ਕੋਈ ਵੀ ਹੋਰ ਬੰਦਾ, ਤੁਸੀਂ ਮੈਂ ਆਪਣੇ ਪਿਤਾ ਬਾਰੇ, ਆਪਣੇ ਭਰਾ ਬਾਰੇ, ਕਿਸੇ ਹੋਰ ਬਾਰੇ ਮੈਂ ਆਪਣੀ ਕਿਸੇ ਜ਼ਮੀਨ ਦਾ ਝਗੜਾ ਜਾ ਕੇ ਸਿੰਘੂ ਬਾਰਡਰ ਦੀ ਸਟੇਜ ਤੇ ਉਠਾ ਸਕਦਾ? ਮੈਨੂੰ ਇਜਾਜ਼ਤ ਦਿਓ। ਵੈਸੇ ਇਹ ਤਾਂ ਗੱਲ ਕਈ ਵਾਰ ਵੱਖ-ਵੱਖ ਕਿਸਾਨੀ ਆਗੂਆਂ ਨੇ ਕਹੀ ਵੀ ਹੈ ਵੀ ਜਿਹੜਾ ਸਾਡਾ ਇੱਕੋ ਇੱਕ ਟੀਚਾ ਹੈ ਕਾਲੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ, ਵੀ ਅਸੀਂ ਇੱਥੇ ਕਿਸੇ ਦੇ ਨਿੱਜੀ ਮਸਲਿਆਂ ਦੇ ਵਿੱਚ ਪੈਣ ਜਾਂ ਉਹਨਾਂ ਨੂੰ ਆਪਸੀ ਰੰਜਿਸ਼ਾਂ ਨੂੰ ਇੱਥੇ ਖਤਮ ਕਰਨ ਨਹੀਂ ਆਏ ਵੀ ਤੁਹਾਡੀ ਲੜਾਈ ਹੈਗੀ ਹੈ ਪਿੰਡ ਵਿੱਚ, ਇੱਥੇ ਆ ਕੇ ਤੁਸੀਂ ਸਟੇਜ ਤੇ ਚੜ੍ਹੋ ਤੇ ਤੁਸੀਂ ਆਪਣਾ ਰੌਲਾ ਪਾ ਕੇ ਬੈਠੋ। ਉੱਥੇ ਇੱਕੋ ਇੱਕ ਟੀਚਾ ਹੈ ਸਾਰਿਆਂ ਦਾ ਵੀ ਖੇਤੀ ਕਾਨੂੰਨ ਜਿਹੜੇ ਨੇ ਉਹ ਰੱਦ ਕਰਵਾਏ ਜਾਣ। ਤੇ ਮੇਰੇ ਖਿਆਲ 'ਚ ਪਹਿਲਾਂ ਵੀ ਅਜਿਹਾ ਕਈ ਵਾਰ ਕਈਆਂ ਕੋਲੋਂ ਮਾਈਕ ਖੋਇਆ ਵੀ ਗਿਆ ਹੈ, ਕਈਆਂ ਨੂੰ ਸਟੇਜ ਤੇ ਚੜ੍ਹਨ ਦਿੱਤਾ ਹੀ ਨਹੀਂ ਗਿਆ ਵੀ ਇਹ ਕਿਤੇ ਆਪਣਾ ਹੀ ਰੌਲਾ ਲੈ ਕੇ ਨਾ ਬਹਿ ਜਾਵੇ। ਬਿਲਕੁਲ ਇਹੀ ਤਾਂ ਗੱਲ ਹੈ। ਠੀਕ ਹੈ, ਜਦੋਂ ਉਸ ਵਕਤ ਇਹ ਅਪਰੋਚ ਸੀਗੀ ਵੀ ਜੇ ਕੋਈ ਬੰਦਾ ਕਾਲੇ ਕਾਨੂੰਨਾਂ ਤੋਂ ਬਾਹਰ ਜਾ ਕੇ ਜਾਂ ਅੰਦੋਲਨ ਤੋਂ ਬਾਹਰ ਜਾ ਕੇ ਕੋਈ ਹੋਰ ਕਿਸੇ ਵੀ ਕਿਸਮ ਦੀ ਗੱਲ ਕਰਦਾ ਸੀਗਾ, ਉਹਦੇ ਉੱਤੋਂ ਉਹਨੂੰ ਵਰਜਿਆ ਜਾਂਦਾ ਸੀਗਾ, ਮਾਈਕ ਤੱਕ ਖੋਇਆ ਜਾਂਦਾ ਸੀਗਾ। ਪਰ ਇਹ ਜਿਹੜੀ ਗੱਲ ਹੁਣ ਹੋਈ ਹੈ, ਜਿਹੜੀ ਨਵਰੀਤ ਦੇ ਫਾਦਰ ਸਾਹਿਬ ਤੋਂ ਗੱਲ ਕੀਤੀ ਨਹੀਂ, ਕਰਵਾਈ ਗਈ ਹੈ। ਉਹ ਮੈਂ ਕਿਉਂ ਕਹਿ ਰਿਹਾ ਕਰਵਾਈ ਗਈ ਹੈ ਕਿ ਨਵਰੀਤ ਦੇ ਫਾਦਰ ਸਾਹਿਬ ਦੀ ਸਪੀਚ ਤੋਂ ਪਹਿਲਾਂ ਬਲਵੰਤ ਸਿੰਘ ਬਹਿਰਾਮ ਕੇ ਜਿਹੜੇ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨੇ, ਬੱਤੀਆਂ ਦੇ ਆਗੂ ਨੇ, ਉਹਨਾਂ ਨੇ ਉਹਦੀ ਭੂਮਿਕਾ ਬੰਨੀ ਆ 5 ਮਿੰਟ। ਤੁਸੀਂ ਸਟੇਜ ਤੋਂ ਬੋਲਣਾ ਹੋਵੇ, ਮੈਂ ਸਟੇਜ ਸੈਕਟਰੀ ਹੋਵਾਂ, ਮੈਨੂੰ ਕੀ ਪਤਾ ਕਿ ਠਾਕੁਰ ਅਮਨਦੀਪ ਸਿੰਘ ਨੇ ਕੀ ਬੋਲਣਾ? ਉਹਨਾਂ ਨੂੰ ਪਹਿਲਾਂ ਹੀ ਪਤਾ ਸੀਗਾ ਵੀ ਬਿਕਰਮਜੀਤ ਸਿੰਘ ਹੁੰਦਲ ਹੋਰਾਂ ਨੇ ਆਹ ਬੋਲਣਾ ਇੱਥੇ ਆ ਕੇ। ਜੇ ਪਹਿਲਾਂ ਹੀ ਪਤਾ ਸੀ ਫਿਰ ਵਰਜਿਆ ਕਿਉਂ ਨਹੀਂ? ਇਟ ਮੀਨ ਤੁਸੀਂ ਬੁਲਵਾਉਣਾ ਚਾਹੁੰਦੇ ਸੀ ਉਹ ਸਾਰੀਆਂ ਗੱਲਾਂ। ਤਾਂ ਮੈਂ ਕਹਿ ਰਿਹਾ ਕਿ ਬੁਲਵਾਇਆ ਗਿਆ, ਬੋਲਿਆ ਨਹੀਂ ਗਿਆ, ਉਹਦੀ ਪੂਰੀ ਭੂਮਿਕਾ ਬੰਨੀ ਗਈ। ਉਹਨਾਂ ਨੇ ਪਹਿਲਾਂ ਆਪ ਮਿੱਥ ਕੇ ਸਾਰਾ ਕੁਝ। ਕਾਰਨ ਕੀ ਹੈ? ਤੁਹਾਨੂੰ ਕਿਉਂ ਲੱਗਦਾ ਕਿ ਬੁਲਵਾਇਆ ਗਿਆ? ਚਲੋ ਤੁਸੀਂ ਕਹਿ ਰਹੇ ਹੋ ਭੂਮਿਕਾ ਬੰਨੀ ਗਈ ਹੈ ਪਹਿਲਾਂ, ਜਿਸ ਤੋਂ ਕਿ ਇਹ ਪਤਾ ਲੱਗਦਾ ਵੀ ਇਹ ਉਹਨਾਂ ਨੂੰ ਸਾਰਾ ਕੁਝ ਪਤਾ ਸੀ ਵੀ ਇਹਨਾਂ ਨੇ ਬੋਲਣਾ ਕੀ ਹੈ। ਇਹ ਕਿਉਂ ਬੁਲਵਾਇਆ ਗਿਆ? ਫਿਰ ਜੇ ਤੁਸੀਂ ਕਹਿ ਰਹੇ ਹੋ ਵੀ ਬੁਲਵਾਇਆ ਗਿਆ, ਮਿੱਥ ਕੇ ਬੁਲਵਾਇਆ ਗਿਆ, ਕਿਉਂ ਬੁਲਵਾਇਆ ਗਿਆ? ਮੈਂ ਬੜਾ ਸਾਫ਼ ਪਹਿਲਾਂ ਵੀ ਕਿਹਾ ਕਿ 26 ਨਵੰਬਰ ਨੂੰ ਮਤਭੇਦ ਉਦੋਂ ਹੀ ਪੈ ਗਏ ਸੀਗੇ ਕਿਸਾਨ ਲੀਡਰਸ਼ਿਪ ਦਿੱਲੀ ਜਾਣ ਵਾਲਿਆਂ 'ਚ ਤੇ ਦਿੱਲੀ ਨਾ ਜਾਣ ਵਾਲਿਆਂ 'ਚ। ਇੱਕ ਲਕੀਰ ਖਿੱਚੀ ਗਈ ਸੀਗੀ ਤੇ ਲੋਕਾਂ ਦੀ 90-95% ਗਿਣਤੀ ਦਿੱਲੀ ਜਾਣ ਵਾਲਿਆਂ ਦੀ ਸੀਗੀ, ਇਕੱਲੇ ਨੌਜਵਾਨਾਂ ਦੀ ਨਹੀਂ। ਭਾਵੇਂ ਬਜ਼ੁਰਗ ਵਿਚਾਰੇ ਬੈਰੀਕੇਡ ਚੁੱਕ ਕੇ ਪਾਸੇ ਨਹੀਂ ਕਰ ਸਕੇ, ਪਰ ਉਹ ਆਪਣੇ ਪੁੱਤਾਂ ਦੇ, ਜਿਨ੍ਹਾਂ ਦੇ ਨਾਲ ਆਪਣੇ ਨੌਜਵਾਨਾਂ ਦੇ ਮੋਢਿਆਂ ਦੇ ਥਾਪੜੇ ਦੇ ਰਹੇ ਸੀਗੇ ਵੀ ਚੱਕ ਦੋ ਬੈਰੀਕੇਡ, ਆਪਾਂ ਦਿੱਲੀ ਜਾਣਾ। ਲਕੀਰ ਤਾਂ ਉਦੋਂ ਹੀ ਖਿੱਚੀ ਗਈ ਸੀਗੀ ਔਰ ਜਿਹੜੀ ਲੀਡਰਸ਼ਿਪ ਦਿੱਲੀ ਜਾਣਾ ਹੀ ਨਹੀਂ ਸੀ ਚਾਹੁੰਦੀ, ਫਿਰ ਉਹ ਉਸ ਦਿਨ ਤੋਂ ਲੈ ਕੇ ਅੱਜ ਤੱਕ ਇਹ ਮੌਕਾ ਭਾਲਦੀ ਹੈ ਕਿ ਕਦੋਂ ਇਦਾਂ ਦੇ ਹਾਲਾਤ ਬਣਨ ਕਿ ਲੋਕ ਅੱਕ ਕੇ ਥੱਕ ਕੇ ਘਰੇ ਬੈਠਣ ਤੇ ਉਸ ਤੋਂ ਬਾਅਦ ਅਸੀਂ ਕਹੀਏ ਕਿ ਇੱਥੇ ਤਾਂ ਹੁਣ ਕੁਝ ਰਿਹਾ ਹੀ ਨਹੀਂ ਤੇ ਅਸੀਂ ਆਪਣੀ ਮਨਮਰਜ਼ੀ ਦਾ ਸਮਝੌਤਾ ਜਿਹੜਾ ਕਿ ਲੋਕ ਕਰਨ ਨਹੀਂ ਦੇ ਰਹੇ, ਉਹ ਕਰਕੇ ਆਪਣੇ ਘਰ ਨੂੰ ਵਾਪਸ ਜਾਈਏ। ਤੇ ਉਸ ਤੋਂ ਬਾਅਦ ਲਗਾਤਾਰ ਇਹ ਸਾਰਾ ਕੁਝ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ 26 ਜਨਵਰੀ ਤੱਕ ਤਾਂ ਇੱਕ ਜਲਾਓ ਸੀਗਾ, ਉਹ ਭਰਿਆ ਮੇਲਾ। 26 ਜਨਵਰੀ ਨੂੰ ਜਿਹੜੀ ਸਾਜ਼ਿਸ਼ ਸਰਕਾਰ ਨੇ ਕੀਤੀ, ਠੀਕ ਹੈ ਨਾ, ਉਹ ਮਤਲਬ ਕਿ ਡਾਇਵਰਟ ਕੀਤਾ ਸਾਡੇ ਸਾਰੇ ਅੰਦੋਲਨ ਨੂੰ। ਔਰ ਜਿਹੜਾ ਕੁਝ ਸਾਡੀ ਸੰਯੁਕਤ ਕਿਸਾਨ ਮੋਰਚੇ ਨੇ ਕੀਤਾ 26 ਜਨਵਰੀ ਵਾਲੇ ਦਿਨ, ਤੁਸੀਂ ਤੇ ਮੈਂ ਖੜੇ ਹਾਂ। ਅੱਜ ਮੈਂ ਕਹਾਂ ਕਿ ਆਪਾਂ 26 ਜਨਵਰੀ 2022 ਨੂੰ ਦਿੱਲੀ ਜਾਣਾ,
26 ਜਨਵਰੀ ਨੂੰ ਗਣਤੰਤਰ ਪਰੇਡ ਹੁੰਦੀ ਹੈ, ਉਸੇ ਟਾਈਮ ਮੇਰੇ ਅੱਜ ਹੀ ਦੇ ਦਿਮਾਗ 'ਚ ਸੀਨ ਤੁਹਾਡੇ ਬਣ ਜਾਊਗਾ ਕਿ ਗਣਤੰਤਰ ਦੇ ਪਰੇਡ ਦਾ ਮਤਲਬ ਕੀ ਹੈ, ਲਾਲ ਕਿਲੇ ਤੇ ਪਰੇਡ। ਔਰ ਆਗੂਆਂ ਨੇ ਵਾਰ-ਵਾਰ ਕਿਹਾ ਕਿ ਟੈਂਕਾਂ ਦੇ ਬਰਾਬਰ ਟਰੈਕਟਰਾਂ ਦੀ ਪਰੇਡ ਹੋਊਗੀ, ਤੇ ਜਦੋਂ ਲੋਕ ਉੱਥੇ ਪਹੁੰਚ ਗਏ ਫਿਰ ਆਪਾਂ ਕਹਿਤਾ ਆਪਾਂ ਲਾਲ ਕਿਲੇ ਜਾਣਾ ਨਹੀਂ। ਫਿਰ ਆਪਾਂ ਆਊਟਰ ਰਿੰਗ ਰੋਡ ਦੀਆਂ ਗੱਲਾਂ ਕੀਤੀਆਂ, ਫਿਰ ਆਪਾਂ ਆਊਟਰ ਰਿੰਗ ਰੋਡ ਤੋਂ ਪਿੱਛੇ ਹਟ ਕੇ ਦਿੱਲੀ ਕਮਿਸ਼ਨਰ ਨਾਲ ਮੀਟਿੰਗ ਕਰਕੇ 5000 ਟਰੈਕਟਰ, 3 ਬੰਦੇ 15000 ਬੰਦਾ ਮੰਨ ਕੇ ਆ ਗਏ। ਜਦੋਂ ਕਿ ਜਿਹੜੀ 5 ਜਨਵਰੀ ਨੂੰ ਰਿਹਰਸਲ ਹੋਈ ਸੀਗੀ, ਪ੍ਰਾਈਮ ਏਸ਼ੀਆ ਦੀ ਰਿਪੋਰਟ ਹੈ ਕਿ 50000 ਟਰੈਕਟਰ, 6 ਬੰਦੇ ਇੱਕ ਟਰੈਕਟਰ ਤੇ 3 ਲੱਖ ਬੰਦਾ ਸੀਗਾ, ਤੇ ਜੇ ਅਸੀਂ 15000 ਬੰਦੇ ਨਾਲ ਜਾਣਾ ਸੀ ਤਾਂ ਇੰਨੇ ਬੰਦੇ ਸੱਦੇ ਕਿਉਂ? ਤਾਂ ਇਹ ਸਾਰਾ ਕੁਝ ਜਦੋਂ ਹੋਇਆ, ਸਾਰੀ ਚੀਜ਼ ਡਾਇਵਰਟ ਹੋਈ। ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਦੇਖਿਆ ਕਿ ਲੋਕ ਜਿਹੜੇ ਹੈਗੇ ਆ, ਜਿਸ ਕਿਸਮ ਦਾ ਜਿਹੜਾ ਸਮਝੌਤਾ 22 ਜਨਵਰੀ ਨੂੰ ਤੈਅ ਹੋਇਆ, ਮੈਂ ਬੜਾ ਸਪਸ਼ਟ ਕਹਿਣਾ, 22 ਜਨਵਰੀ ਨੂੰ ਜੋ ਗੱਲ ਹੋਈ ਆ ਸਰਕਾਰ ਦੇ ਨਾਲ, ਉਹਦੇ ਵਿੱਚ 3 ਸਾਲ ਦੀ ਸਸਪੈਂਸ਼ਨ ਦਾ ਜਿਹੜਾ ਪ੍ਰਪੋਜ਼ਲ ਇਹਨਾਂ ਨੂੰ ਮਿਲਿਆ। ਤਾਂ ਉਸ ਤੋਂ ਬਾਅਦ ਸਾਡੀ ਲੀਡਰਸ਼ਿਪ ਜਿਹੜੀ ਹੈਗੀ ਆ, ਉਹਦਾ ਅਪਰੋਚ ਇਹ ਬਣ ਗਿਆ ਕਿ ਜਦੋਂ ਅਸੀਂ ਸਸਪੈਂਸ਼ਨ ਦੇ ਉੱਤੇ ਹੀ ਮੰਨਣਾ ਤਾਂ ਫਿਰ ਆਪਾਂ ਟਕਰਾ ਕਿਉਂ ਕਰਨਾ? ਠੀਕ ਹੈ ਨਾ, ਜਦੋਂ ਠੀਕ ਹੈ ਅਸੀਂ ਲੱਖਾਂ ਦੀ ਗਿਣਤੀ ਦੇ ਜਾਂਦੇ ਹੋ ਟਕਰਾ ਤਾਂ ਫਿਰ ਸਾਡਾ 26 ਨਵੰਬਰ ਨੂੰ ਵੀ ਹੋਇਆ। ਤੇ ਜੇ ਅਸੀਂ ਟਕਰਾ ਹੀ ਟਾਲਣਾ ਫਿਰ ਆਪਾਂ ਦਿੱਲੀ ਜਾਂਦੇ ਹੀ ਨਾ। ਜਦੋਂ ਅਸੀਂ ਟਕਰਾ ਕਰਕੇ ਦਾਖਲ ਹੀ ਟਕਰਾ ਕਰਕੇ ਹੋਏ ਆ ਉੱਥੇ। ਲੇਕਿਨ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਨਵਰੀਤ ਦੇ ਫਾਦਰ ਸਾਹਿਬ ਉੱਥੇ ਆ ਕੇ ਬੋਲੇ ਨੇ, ਤੇ ਖਾਸ ਤੌਰ ਤੇ ਉਹਨਾਂ ਨੂੰ ਉੱਥੇ ਬੁਲਾ ਕੇ ਉਹਨਾਂ ਕੋਲੋਂ ਗੱਲਾਂ ਕਿਉਂ ਕਹਾਈਆਂ ਗਈਆਂ, ਜੋ ਤੁਸੀਂ ਇਲਜ਼ਾਮ ਲਾ ਰਹੇ ਹੋ ਵੀ ਕਹਾਇਆ ਗਿਆ? ਉੱਥੇ ਹੀ ਆ ਰਹੇ ਹਾਂ ਕਿਉਂਕਿ ਜਿਹੜਾ ਲੋਕਾਂ ਦਾ ਸਾਰਾ ਪ੍ਰਪੇਖ ਹੈ ਨਾ, ਉਹ ਤੋਂ ਬਿਨਾਂ ਉੱਥੇ ਪਹੁੰਚਿਆ ਨਹੀਂ ਜਾਣਾ। ਜੇ ਮੈਂ ਵਿੱਚੋਂ ਦੀ ਨਿਕਲ ਗਿਆ ਫਿਰ ਗੱਲ ਰਹਿ ਜੂਗੀ। ਬਾਈਪਾਸ ਨਾ ਨਿਕਲੀ ਆ, ਮੈਂ ਵਿੱਚੋਂ ਦੀ ਸੰਖੇਪ 'ਚ ਰੱਖ ਕੇ ਪੂਰੀ ਗੱਲ ਕਰਨੀ ਚਾਹੁੰਦਾ। ਤਾਂ ਉਹਦੇ ਵਿੱਚੋਂ ਇਹ ਸਾਰਾ ਕੁਝ ਹੋਇਆ ਵੀ ਉਹਨੂੰ ਡਾਇਵਰਟ ਕੀਤਾ ਗਿਆ। ਫਿਰ ਉਸ ਤੋਂ ਬਾਅਦ ਇਹ ਹੋ ਗਿਆ ਵੀ ਹੁਣ ਲੋਕ ਐਡੀ ਵੱਡੀ ਗਿਣਤੀ ਦੇ ਵਿੱਚ ਨੇ ਜੋ ਇਹ ਕਰਨਾ ਚਾਹੁੰਦੇ ਸੀਗੇ। ਠੀਕ ਹੈ ਨਾ, ਕਿਉਂਕਿ ਸਾਡੇ ਕੋਲ ਕੀ ਹੈ ਕਿ 3 ਸਾਲ ਦੀ ਸਸਪੈਂਸ਼ਨ ਦੀ ਗੱਲ ਤੁਸੀਂ ਮੈਨੂੰ ਪੁੱਛੋਗੇ ਮੇਰੇ ਕੋਲ ਕਿਵੇਂ ਹੈ? ਇਹਨਾਂ ਦੇ ਜਿਹੜੇ ਵਰਕਰ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਸਰਵੇ ਕਰਵਾਏ, ਉਹਨਾਂ ਦੇ ਥਰੂ ਹੈ ਕਿ ਸਾਡੀਆਂ ਜਥੇਬੰਦੀਆਂ ਦੇ ਆਗੂ ਸਾਨੂੰ ਪੁੱਛਦੇ ਆ ਕਿ ਆਪਾਂ 3 ਸਾਲ ਦੀ ਸਸਪੈਂਸ਼ਨ ਦੇ ਮੰਨ ਜੀਏ, ਜੇ ਉਹ ਪ੍ਰਪੋਜ਼ਲ ਮਿਲੀ ਹੈ ਤਾਂ ਹੀ ਹੈ। ਔਰ 22 ਜਨਵਰੀ ਦੀ ਆਖਰੀ ਮੀਟਿੰਗ ਹੈ, ਹੁਣ ਤੱਕ ਸਾਡੀ 11ਵੀਂ ਤੇ ਆਖਰੀ ਮੀਟਿੰਗ ਹੈ, ਉਸ ਤੋਂ ਬਾਅਦ ਸਾਡੀ ਮੀਟਿੰਗ ਵੀ ਨਹੀਂ ਹੋਈ। ਤਾਂ ਉਹਦੇ ਵਿੱਚ ਇਹ ਸੀਗਾ ਵੀ ਸਮਝੌਤਾ ਇੰਪਲੀਮੈਂਟ ਕਿਵੇਂ ਕਰਵਾਉਣਾ, ਇਸ ਗੱਲ ਦੇ ਉੱਤੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਗਈਆਂ। ਔਰ ਦੂਸਰੇ ਪਾਸੇ ਇਹ ਸਮਝੌਤਾ ਇੰਪਲੀਮੈਂਟ ਕਰਾਉਣ ਵਾਸਤੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਗਦਾਰ ਕਿਹਾ ਗਿਆ, ਉਹਨਾਂ ਨੂੰ ਹੁੱਲੜਬਾਜ਼ ਕਿਹਾ ਗਿਆ, ਉਹਨਾਂ ਨੂੰ ਸ਼ਰਾਰਤੀ ਕਿਹਾ ਗਿਆ। ਪੰਥਕ ਧਿਰਾਂ ਨੂੰ ਇਹ ਗੱਲ ਕਹੀ ਗਈ ਵੀ ਇਹਨਾਂ ਨੇ ਲਾਲ ਕਿਲੇ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਚਲਵਾਤਾ। ਜਦੋਂ ਨਿਸ਼ਾਨ ਸਾਹਿਬ ਜਿਹੜੀ ਸਿੱਖ ਰੈਜੀਮੈਂਟ ਦੀ ਰੈਜੀਮੈਂਟ ਜਿਹੜੀ ਹੈ ਆਪਣੀਆਂ ਗੱਡੀਆਂ ਤੇ ਲਾ ਕੇ ਮੋਰਚੇ ਦੇ ਉੱਤੇ ਸ਼ਹੀਦ ਹੋਣ ਜਾਂਦੀ ਹੈ, ਉਦੋਂ ਤਾਂ ਕੋਈ ਨਹੀਂ ਦੇਸ਼ ਧਰੋਹ ਹੁੰਦਾ। ਕੋਈ ਤਿਰੰਗਾ ਲਾ ਕੇ ਤਿਰੰਗੇ ਦਾ ਅਪਮਾਨ ਤਾਂ ਨਹੀਂ ਸੀ ਕੀਤਾ। ਨਿਸ਼ਾਨ ਸਾਹਿਬ ਦੇ ਲੱਗਣ ਨਾਲ ਤਿਰੰਗੇ ਦਾ ਅਪਮਾਨ ਕਿੱਦਾਂ ਹੋ ਗਿਆ? ਵੀ ਜਾਂਦਾ ਤਿਰੰਗਾ ਲਾ ਕੇ ਨਿਸ਼ਾਨ ਸਾਹਿਬ ਲਾਇਆ ਹੋਵੇ ਫਿਰ ਤਾਂ ਗੱਲ ਹੈ। ਜਿਹੜੀ ਬੋਲੀ ਸਰਕਾਰ ਨੇ ਬਾਅਦ 'ਚ ਬੋਲੀ, ਸਾਡੀ ਕਿਸਾਨ ਲੀਡਰਸ਼ਿਪ ਨੇ 27 ਨਵੰਬਰ ਨੂੰ ਪਹਿਲਾਂ ਹੀ ਬੋਲ ਦਿੱਤੀ ਕਿ ਤਾਂ ਗਦਾਰੀ ਕਰਤੀ ਤੁਸੀਂ। ਪੰਥਕ ਲੀਡਰ ਜਿਹੜੀਆਂ ਪੰਥਕ ਧਿਰਾਂ ਸੀਗੀਆਂ ਉਹਨਾਂ ਨੂੰ ਐਲੀਗੇਟ ਕਰਕੇ, ਜਲੀਲ ਕਰਕੇ ਵੀ ਤੁਸੀਂ ਗਦਾਰੀ ਕੀਤੀ, ਉਹਨਾਂ ਨੂੰ ਘਰਾਂ ਨੂੰ ਤੋਰਿਆ। ਇਹ ਸਾਰੀਆਂ ਜਿਹੜੀਆਂ ਧਿਰਾਂ ਸੀਗੀਆਂ, ਨੌਜਵਾਨ ਧਿਰਾਂ, ਪੰਥਕ ਧਿਰਾਂ ਜਿਹੜੀਆਂ ਸੀਗੀਆਂ, ਜਾਂ ਸੰਯੁਕਤ ਕਿਸਾਨ ਮੋਰਚੇ ਤੋਂ ਵੱਖਰੀ ਰਣਨੀਤੀ ਰੱਖਣ ਵਾਲੀਆਂ ਕੁਝ ਹੋਰ ਧਿਰਾਂ, ਉਹਨਾਂ ਨੂੰ ਵੀ ਜਿਹੜੀਆਂ ਕਹਿੰਦੀਆਂ ਸੀਗੀਆਂ ਕਿ ਲੋਕ ਮੋਰਚੇ ਦੀ ਲੋੜ ਤੇ ਲੋਕਾਂ ਦੀ ਸਮਰੱਥਾ ਦੇ ਮੁਤਾਬਕ ਮੋਰਚੇ ਨੂੰ ਲੜੋ, ਉਹਨਾਂ ਨੂੰ ਉੱਥੋਂ ਖਿਲਾਰਨ ਦੀ ਕੋਸ਼ਿਸ਼ ਕੀਤੀ ਗਈ। ਤੇ ਬਾਪੂ ਹਰਦੀਪ ਸਿੰਘ ਡਿਬਡਬਾ ਨੇ ਜਿਨ੍ਹਾਂ ਨੂੰ ਖਿਲਾਰਨ ਦੀ ਇਹ ਕੋਸ਼ਿਸ਼ ਕਰ ਰਹੇ ਸੀ, ਉਹਨਾਂ ਨੂੰ ਇਕੱਠਾ ਕਰ ਰਹੇ ਸੀਗੇ। ਹੁਣ ਜਿੱਥੇ ਮੈਂ ਆਵਾਂ ਉਸ ਗੱਲ ਦੇ ਉੱਤੇ, ਤਾਂ ਜੇ ਇਹਨਾਂ ਨੂੰ ਜੇ ਖਿਲਰੇਗਾ ਤਾਂ ਇੰਪਲੀਮੈਂਟ ਹੋਏਗਾ ਸਮਝੌਤਾ ਜਿਹੜਾ 22 ਜਨਵਰੀ ਨੂੰ ਸਰਕਾਰ ਨਾਲ ਕੀਤਾ। ਠੀਕ ਹੈ, ਔਰ ਇਹ ਸਮਝੌਤਾ ਕਰਨ ਦੇ ਵਿੱਚ ਇਹ ਵੀ ਮੈਂ ਕਹਿ ਦਿਆਂ ਕਿ ਸੰਯੁਕਤ ਕਿਸਾਨ ਮੋਰਚੇ ਦੇ ਸਾਰੀਆਂ ਧਿਰਾਂ ਸਹਿਮਤ ਨਹੀਂ, ਵਿੱਚੋਂ ਬਹੁਤ ਔਖੇ ਨੇ, ਉਹ ਇਹ ਸਮਝੌਤਾ ਨਹੀਂ ਚਾਹੁੰਦੇ ਵੀ ਇਹ ਹੋਵੇ। ਪਰ ਕੁਝ ਧਿਰਾਂ ਜਿਹੜੀਆਂ ਹੈਗੀਆਂ ਨੇ ਜਿਨ੍ਹਾਂ ਨੇ ਮੋਰਚੇ ਨੂੰ ਹਾਈਜੈਕ ਕੀਤਾ ਹੋਇਆ, 7-8 ਜਾਂ ਮੈਕਸੀਮਮ ਉਹ 10 ਨੇ, ਬਸ ਇਸ ਤੋਂ ਵੱਧ ਨਹੀਂ ਗੇ। ਉਹ ਜਿਹੜੇ ਹੈਗੇ ਨੇ ਉਹ 26 ਨਵੰਬਰ ਤੋਂ ਪਹਿਲਾਂ ਹੀ ਸਰਕਾਰ ਦੇ ਨਾਲ ਰਲ ਕੇ ਚੱਲ ਰਹੇ ਨੇ। ਜੇ ਉਹ ਨਾ ਰਲ ਕੇ ਚੱਲਦੇ ਹੁੰਦੇ ਤਾਂ ਫਿਰ ਉਹ ਦਿੱਲੀ ਜਾਣ 'ਚ ਉਹਨਾਂ ਨੂੰ ਪ੍ਰੋਬਲਮ ਕੀ ਸੀਗੀ? ਇਹ ਗੱਲ ਇਸ ਗੱਲ ਨੂੰ ਤੈਅ ਕਰਦੀ ਹੈ ਵੀ ਉਹ ਰਲ ਕੇ ਚੱਲ ਰਹੇ ਨੇ। ਤਾਂ ਉਸ ਤੋਂ ਬਾਅਦ ਉਹ ਲਗਾਤਾਰ ਇਹ ਗੱਲ ਨੂੰ ਲੱਗੇ ਵੀ ਇਹਨੂੰ ਖਿਡਾਇਆ ਕਿਵੇਂ ਜਾਵੇ ਔਰ ਸਮਝੌਤਾ ਇੰਪਲੀਮੈਂਟ ਕਿਵੇਂ ਕੀਤਾ ਜਾਵੇ। ਔਰ ਜਿਹੜੇ ਬੰਦੇ ਸੰਯੁਕਤ ਕਿਸਾਨ ਮੋਰਚੇ ਦੇ 42 ਜਥੇਬੰਦੀਆਂ 'ਚ ਸ਼ਾਮਲ ਕਿਸਾਨ ਧਿਰਾਂ, ਉਹਨਾਂ ਨੂੰ ਜਲੀਲ ਕੀਤਾ ਜਾ ਰਿਹਾ ਅੰਦਰ ਮੀਟਿੰਗਾਂ ਦੇ ਵਿੱਚ। ਕਦੇ ਤੁਸੀਂ ਕੁਝ ਆਗੂਆਂ ਨੂੰ ਜੇ ਤੁਸੀਂ ਪਰਸਨਲੀ ਕਦੇ ਮਿਲੇ ਹੋ, ਕਦੇ ਇੰਟਰਵਿਊਜ਼ ਕੀਤੀਆਂ ਹੋਣ, ਤਾਂ ਤੁਹਾਨੂੰ ਉਹਦੇ ਜੈਸਚਰਸ ਮਿਲ ਜਾਣਗੇ। ਜਿਹੜੀਆਂ ਧਿਰਾਂ ਹਮਾਇਤ ਦੇ ਉੱਤੇ ਆਈਆਂ ਹੋਈਆਂ, ਉਹਨਾਂ ਨੂੰ ਜਲੀਲ ਕਰਕੇ, ਉਹਨਾਂ ਨੂੰ ਬੇਇੱਜ਼ਤ ਕਰਕੇ, ਇਲਜ਼ਾਮ ਲਾ ਕੇ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ। ਪਰ ਬਾਪੂ ਜੀ ਕੋਸ਼ਿਸ਼ ਕਰ ਰਹੇ ਡਿਬਡਬਾ ਸਾਹਿਬ ਇਹਨੂੰ ਇਕੱਠਾ ਕਰਨਾ, ਆਪਾਂ ਜਾਣ ਨਹੀਂ ਦੇਣਾ। ਉਹਦੇ ਵਿੱਚ ਅਸੀਂ ਤੁਹਾਡੇ ਸਾਹਮਣੇ ਸਬੂਤ ਖੜੇ ਹਾਂ। ਅਸੀਂ ਮੋਰਚੇ ਦੇ ਵਿੱਚ ਪੱਕੇ ਡਟੇ ਜੁੜੇ ਤਾਂ ਜਦੋਂ ਤੋਂ ਪੰਜਾਬ 'ਚ ਅੰਦੋਲਨ ਚੱਲਿਆ, ਉਦੋਂ ਦੇ ਐਕਟਿਵ ਪਾਰਟਿਸਪੇਸ਼ਨ ਹੈ ਸਾਡੀ ਪੰਜਾਬ ਤੋਂ ਲੈ ਕੇ। ਔਰ ਫਰਵਰੀ ਤੋਂ ਬਾਅਦ ਅਸੀਂ ਲਗਾਤਾਰ ਪੱਕੇ ਡਟੇ ਹੋਏ ਹਾਂ, ਮੈਂ ਤੇ ਪ੍ਰੋਫੈਸਰ ਹਰਜਿੰਦਰ ਸਿੰਘ। ਤਾਂ ਅਸੀਂ ਕਿਸਾਨ ਚੇਤਨਾ ਅਭਿਆਨ 7 ਚਲਾਉਂਦੇ ਸੀ ਰਸੋਈ ਢਾਬੇ ਤੇ, ਬਾਪੂ ਜੀ ਸਾਡੇ ਕੋਲ ਚੱਲ ਕੇ ਆਏ ਵੀ ਆਪਾਂ ਜਥੇਬੰਦੀ ਬਣਾਈਏ। ਲੋੜ ਹੈ ਦੀ ਵੀ ਨੌਜਵਾਨ ਜਿਹੜਾ ਹੈਗਾ ਉਹ ਨਿਰਾਸ਼ ਹੋ ਕੇ, ਬੇਇੱਜ਼ਤ ਹੋ ਕੇ, ਜਲੀਲ ਹੋ ਕੇ ਘਰ ਨੂੰ ਚਲਾ ਗਿਆ, ਵੀ ਨੌਜਵਾਨ ਕਿਸਾਨ ਮਜ਼ਦੂਰ ਨੇ ਜਿਹੜੇ ਉਹ ਇਕੱਠੇ ਹੋਣ ਇੱਕ ਪਲੇਟਫਾਰਮ ਦੇ ਉੱਤੇ। ਔਰ ਸ਼ਹੀਦਾਂ ਨੂੰ ਸਮਰਪਿਤ ਜਥੇਬੰਦੀ ਜਿਹਦੇ ਬਾਰੇ ਨੌਜਵਾਨ ਕਿਸਾਨ ਮਜ਼ਦੂਰ ਯੂਨੀਅਨ ਸ਼ਹੀਦਾਂ ਵੱਲੋਂ ਮੈਂ ਬੋਲ ਰਿਹਾ, ਜਥੇਬੰਦੀ ਬਾਪੂ ਜੀ ਦੀ ਪ੍ਰੇਰਨਾ ਤਹਿਤ ਬਣੀ ਹੈ ਵੀ ਨੌਜਵਾਨਾਂ ਨੂੰ ਉਹਨਾਂ ਨੇ ਪਲੇਟਫਾਰਮ 'ਤੇ ਇਕੱਠਾ ਕਰ ਲਿਆ। ਨੌਜਵਾਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਸੀਗਾ ਜਲੀਲ ਕਰਕੇ। ਮਤਲਬ ਕਿ ਸਟੇਜ ਤੋਂ ਇਹ ਕਿਹਾ ਜਾਂਦਾ ਸੀਗਾ, ਸਤਨਾਮ ਸਿੰਘ ਅਜਨਾਲਾ ਨੇ ਕਿਹਾ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ, ਵੀ ਭਾਈ ਤੁਸੀਂ ਇਨਵੀਟੇਸ਼ਨ ਕਾਰਡ ਦੇ ਕੇ ਕਿਹਨੂੰ ਬੁਲਾਇਆ? ਇਸ ਢੰਗ ਨਾਲ ਜਲੀਲ ਕੀਤਾ ਜਾ ਰਿਹਾ ਨੌਜਵਾਨਾਂ ਨੂੰ ਉੱਥੇ ਵੀ ਇਹ ਮੁੜ ਜਾਣ ਵਾਪਸ। ਵੀ ਨੌਜਵਾਨ ਉਹਦੀ ਮੁੱਖ ਊਰਜਾ ਸੀਗੇ, ਤਾਂ ਬਾਪੂ ਜੀ ਨੇ ਨੌਜਵਾਨ ਇਕੱਠੇ ਕਰ ਲਏ। ਬਾਪੂ ਜੀ ਹੋਰ ਸਾਰੀਆਂ ਜਿਹੜੀਆਂ ਫਿਕਰਮੰਦ ਧਿਰਾਂ ਨੇ ਉਹਨਾਂ ਨਾਲ ਗੱਲ ਕਰਦੇ ਆ। ਬਾਪੂ ਜੀ ਨੇ 7 ਮਾਰਚ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਜਿਹੜੇ ਮਤਭੇਦ ਸੀ ਸੰਯੁਕਤ ਮੋਰਚੇ ਦੇ ਆਗੂਆਂ ਦੇ ਨਜਿੱਠੇ,
ਉਹਦਾ ਇਹ ਸਿਲਾ ਮਿਲਿਆ। ਉਹ ਚਾਹੁੰਦੇ ਹੀ ਨਹੀਂ ਸੀ, ਉਹ ਵੀ ਉਹ ਸੰਯੁਕਤ ਮੋਰਚੇ ਦੇ ਆਗੂਆਂ ਦੇ ਆਪਸ 'ਚ ਪਏ ਹੋਏ ਮਤਭੇਦਾਂ ਨੂੰ ਵੀ ਨਜਿੱਠਣਾ ਨਹੀਂ ਚਾਹੁੰਦੇ, ਉਹ ਵੀ ਗਵਾਰਾ ਨਹੀਂ ਕਿ ਇਹ ਮਤਭੇਦ ਸਗੋਂ ਵਧਣ ਆਪਸ ਦੇ ਵਿੱਚ ਵਧਣ, ਤੇ ਸੰਯੁਕਤ ਮੋਰਚਾ ਜਿਹੜਾ ਹੈਗਾ ਉਹਦੇ ਵਿੱਚ ਮਤਭੇਦ ਵਧਣ ਤੋਂ ਬਾਅਦ ਕੋਈ ਜਿਹੜੀ ਕੇਂਦਰੀ ਰਣਨੀਤੀ ਤੈਅ ਹੀ ਨਾ ਹੋਵੇ ਔਰ ਹਮਾਇਤੀ ਧਿਰਾਂ ਵੀ ਇੱਥੋਂ ਜਾਣ। ਇਹ ਬਾਪੂ ਜੀ ਸੰਯੁਕਤ ਮੋਰਚੇ ਦੇ ਆਗੂਆਂ ਦੇ ਵਿਚਕਾਰਲੇ ਮਤਭੇਦਾਂ ਤੋਂ ਲੈ ਕੇ ਬਾਕੀ ਤਮਾਮ ਹਮਾਇਤੀ ਧਿਰਾਂ ਨੂੰ ਇਕੱਠਿਆਂ ਕਰਕੇ ਮੋਰਚੇ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰ ਰਹੇ, ਜਿਹੜੀ ਸੰਯੁਕਤ ਕਿਸਾਨ ਮੋਰਚੇ ਨੂੰ ਸਾਰੇ ਨੂੰ ਨਹੀਂ, ਉਹਨਾਂ ਦੇ ਵਿੱਚ ਉਹ ਲੋਕ ਜਿਹੜੇ ਸਮਝੌਤਾ ਲਾਗੂ ਕਰਾਉਣਾ ਚਾਹੁੰਦੇ ਆ ਉਹਨਾਂ ਨੂੰ ਗਵਾਰਾ ਨਹੀਂ ਗੀ। ਇਸ ਕਰਕੇ ਉਹਨਾਂ ਨੂੰ ਚੁੱਪ ਕਰਾਉਣ ਵਾਸਤੇ ਦੇਖੋ 3 ਤਰੀਕੇ ਹੁੰਦੇ ਆ, ਜਾਂ ਬੰਦੇ ਨੂੰ ਖਰੀਦਿਆ ਜਾ ਸਕਦਾ, ਜਾਂ ਉਹਨੂੰ ਡਰਾਇਆ ਜਾ ਸਕਦਾ, ਜਾਂ ਉਹਨੂੰ ਬੇਇੱਜ਼ਤ ਕੀਤਾ ਜਾ ਸਕਦਾ। ਖਰੀਦਿਆ ਵੀ ਨਹੀਂ ਜਾ ਸਕਿਆ, ਉਹਨੂੰ ਡਰਾਇਆ ਵੀ ਨਹੀਂ ਜਾ ਸਕਿਆ, ਤਾਂ ਫਿਰ ਉਹਨੂੰ ਬੇਇੱਜ਼ਤ ਕਰਨ ਤੱਕ, ਉਹਦੇ ਪਰਿਵਾਰ ਨੂੰ ਸਟੇਜ ਤੇ ਲਿਆ ਕੇ ਬੇਇੱਜ਼ਤ ਕਰਨ ਤੱਕ ਦੀ ਜਿਹੜੀ ਹੈਗੀ ਹੈ ਉਹ ਜਿਹੜੀ ਹੈ ਅਨੈਤਿਕ ਜਿਹੜੀ ਮਤਲਬ ਕਰਤੂਤ ਜਿਹੜੀ ਉਹ ਕੀਤੀ ਹੈ, ਜਿਹੜੀ ਕਿ ਮਤਲਬ ਕਿ ਵੀ ਸੰਘਰਸ਼ ਦੇ ਵਿੱਚ ਤਾਂ ਛੱਡੋ, ਇਨਸਾਨੀ ਕਦਰਾਂ ਕੀਮਤਾਂ ਦੇ ਉੱਤੇ ਵੀ ਖਰੀ ਨਹੀਂ ਉੱਤੀ ਸ਼ਰਮ ਆਉਂਦੀ ਹੈ। ਤੁਹਾਡਾ ਕਹਿੰਦਾ ਮਤਲਬ ਹੈ ਵੀ ਪਰਿਵਾਰਕ ਮਸਲਾ ਸੀ, ਉਸ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੇ ਨਹੀਂ ਲੈ ਕੇ ਆਉਣਾ ਚਾਹੀਦਾ ਸੀ। ਮੈਂ ਤਾਂ ਇੱਥੋਂ ਤੱਕ ਕਹਿਣਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਹਾਈਟ ਐਡੀ ਵੱਡੀ ਹੈ ਅੱਜ, ਉਹ ਤਾਂ ਸਗੋਂ ਵਿਕਰਮਜੀਤ ਸਿੰਘ ਹੁੰਦਲ ਨੂੰ ਇਹ ਗੱਲ ਕਹਿੰਦੇ ਵੀ ਭਾਈ ਤੂੰ ਸਾਡਾ ਭਰਾ ਆ, ਠੀਕ ਹੈ, ਤੂੰ ਕਿਸੇ ਪ੍ਰੈਸ 'ਚ ਗੱਲ ਨਾ ਕਰ, ਅਸੀਂ ਤੇਰੇ ਵਿੱਚ ਪੈਂਦੇ ਆ। ਵੀ ਬਾਪੂ ਹਰਦੀਪ ਸਿੰਘ ਡਿਬਡਿਬਾ ਜੇ ਇੰਨੇ ਸਮੇਂ ਤੋਂ ਲੱਗਾ ਵੀ ਸਾਡੇ ਲੱਖ ਉਹਦੇ ਨਾਲ ਵਿਚਾਰਧਾਰਕ ਮਤਭੇਦ ਹੋਣ, ਅਸੀਂ ਵਿੱਚ ਪੈਂਦੇ, ਤੁਹਾਡਾ ਪਰਿਵਾਰਕ ਮਸਲਾ ਨਜਿੱਠਾਂਗੇ। ਕਿਸਾਨ ਜਥੇਬੰਦੀਆਂ ਉੱਦਾਂ ਪਿੰਡਾਂ 'ਚ ਵੱਟਾਂ ਦੇ ਰੌਲੇ ਨਿਬੇੜਦੀਆਂ, ਉੱਦਾਂ ਪਿੰਡਾਂ 'ਚ ਜਿਹੜੀਆਂ ਮਤਲਬ ਕਿ ਆਪਣੇ ਜਿਹੜੀਆਂ ਹੁੰਦੀਆਂ ਇਹਦੀਆਂ ਆਪਣੀਆਂ ਜਮਾਬੰਦੀਆਂ ਦੇ ਹੋਰ ਮਤਲਬ ਕਿ ਜ਼ਮੀਨਾਂ ਦੇ ਜਿਹੜੇ ਮਸਲੇ ਹੁੰਦੇ ਆ, ਪਮੈਸ਼ਾਂ ਦੇ ਜਿਹੜੇ ਮਸਲੇ ਹੁੰਦੇ ਆ, ਕਿਸਾਨਾਂ ਦੇ ਆਪਸ ਦੇ ਵਿੱਚ ਜਿਹੜੇ ਹੋਰ ਬਹੁਤ ਸਾਰੇ ਤਮਾਮ ਜੱਟ ਪਰਿਵਾਰਾਂ 'ਚ ਕਿਸਾਨ ਪਰਿਵਾਰਾਂ 'ਚ ਜ਼ਮੀਨ ਦੇ ਸਵਾਲ ਨੂੰ ਲੈ ਕੇ ਬਹੁਤ ਸਾਰੇ ਮਸਲੇ ਹੁੰਦੇ ਆ, ਤੇ ਕਿਸਾਨ ਜਥੇਬੰਦੀਆਂ ਉੱਥੇ ਵੀ ਤਾਂ ਪਿੰਡਾਂ 'ਚ ਨਜਿੱਠਦੀਆਂ ਹੀ ਆ। ਤੇ ਸਗੋਂ ਇਹ ਤਾਂ ਐਡਾ ਵੱਡਾ ਸੰਘਰਸ਼ ਦੇ ਵਿੱਚ ਇੱਕ ਪਰਿਵਾਰ ਦੇ ਵਿੱਚ ਜ਼ਮੀਨ ਦੇ ਝਗੜੇ ਨੂੰ ਲੈ ਕੇ ਜੇ ਵਿਵਾਦ ਪੈ ਰਿਹਾ ਸੀ, ਸਗੋਂ ਕਿਸਾਨ ਜਥੇਬੰਦੀਆਂ ਨੂੰ ਇੱਕ ਸੁਹਿਰਦ ਪਹੁੰਚ ਲੈਂਦੇ ਆ ਵਿਚਾਰਧਾਰਕ ਮਤਭੇਦ ਹੋਣ ਦੀ ਸੂਰਤ ਦੇ ਵਿੱਚ ਪੈ ਕੇ ਇਸ ਮਸਲੇ ਨੂੰ ਸਗੋਂ ਨਜਿੱਠਣਾ ਚਾਹੀਦਾ ਸੀ ਘਰ ਜਾ ਕੇ, ਪਰ ਉਲਟਾ ਕੰਮ ਕੀਤਾ ਉਹਨਾਂ ਨੇ, ਉਹਨੂੰ ਹਵਾ ਦੇਣ ਦੀ ਕੋਸ਼ਿਸ਼। ਤੁਸੀਂ ਮਤਲਬ ਕਿ ਤੁਹਾਡੀ ਜਥੇਬੰਦੀ ਨੇ ਨੌਜਵਾਨ ਕਿਸਾਨ ਮਜ਼ਦੂਰ ਯੂਨੀਅਨ ਸ਼ਹੀਦਾਂ ਨੇ ਕੁਝ ਸਵਾਲ ਵੀ ਕੀਤੇ ਨੇ ਸੰਯੁਕਤ ਕਿਸਾਨ ਮੋਰਚੇ ਤੋਂ। ਪਹਿਲੇ ਸਵਾਲ ਦਾ ਜਿਹੜਾ ਸਾਰਾ ਉਹ ਹੈ ਜੀ, ਸੰਯੁਕਤ ਕਿਸਾਨ ਮੋਰਚਾ ਨਵਰੀਤ ਸਿੰਘ ਦੀ ਮੌਤ ਦੇ ਕਾਰਨ ਉੱਪਰ ਆਪਣਾ ਪੱਖ ਸਪਸ਼ਟ ਕਰੇ। ਇਹ ਸਵਾਲ ਕਿਉਂ ਕਰਨਾ ਪਿਆ? ਦੇਖੋ ਇਹ ਪਹਿਲੇ ਦਿਨੋਂ ਹੀ ਮਤਲਬ ਕਿ ਸਵਾਲ ਮਤਲਬ ਕਿ ਸ਼ਹੀਦ ਨਵਰੀਤ ਸਿੰਘ ਦੀ ਸ਼ਹਾਦਤ ਜਿਹੜੀ ਹੈਗੀ ਹੈ ਉਹ ਤੁਸੀਂ ਦੇਖੋ ਇੱਕ ਬੜੀ ਕਲੀਅਰ ਹੈ ਗੱਲ, ਇਹ ਨਹੀਂ ਕਿ ਬਾਪੂ ਹਰਦੀਪ ਸਿੰਘ ਡਿਬਡਿਬਾ ਨੇ ਵਾਰ-ਵਾਰ ਨਵਰੀਤ ਸਿੰਘ ਦਾ ਨਾਂ ਲਿਆ ਇਸ ਕਰਕੇ। ਇਹਦਾ ਇਹ ਬੜਾ ਸਪਸ਼ਟ ਹੈ ਕਿ ਨਵਰੀਤ ਸਿੰਘ ਜਿਹੜਾ ਹੈਗਾ ਆ ਜਾਂ ਸੁਸ਼ੀਲ ਕਾਜਲ, ਦੋ ਨਾਵਾਂ ਨੂੰ ਅੱਜ ਜਾਣਦੇ ਆ। ਮੈਂ ਵੀ ਨਹੀਂ ਜਾਣਦਾ, ਮੈਂ ਐਵੇਂ ਦਾਅਵਾ ਠੋਕੀ ਜਾਵਾਂ ਜਾਂ ਕੋਈ ਵੀ ਆਗੂ 700 ਬੰਦਿਆਂ ਦਾ ਨਾਂ ਲੈ ਕੇ ਵਿਖਾਵੇ, ਪਰ ਦੋ ਨਾਵਾਂ ਨੂੰ ਕਿਉਂ ਜਾਣਦੇ ਆ? ਸ਼ਹੀਦ ਨਵਰੀਤ ਸਿੰਘ ਦੇ ਨਾਂ ਨੂੰ ਜਾਣਦੇ, ਸ਼ਹੀਦ ਸੁਸ਼ੀਲ ਕਾਜਲ ਨੂੰ ਜਾਣਦੇ ਆ, ਕਿਉਂਕਿ ਉਹ ਸਾਰੇ ਸ਼ਹੀਦ ਸਨਮਾਨਯੋਗ ਨੇ, ਬਰਾਬਰ ਦਾ ਦਰਜਾ ਰੱਖਦੇ ਆ, ਪਰ ਉਹ ਤਸ਼ੱਦਦ ਹੋਇਆ ਉਹਨਾਂ ਦੇ ਉੱਤੇ। ਸੁਸ਼ੀਲ ਕਾਜਲਾ ਦੇ ਉੱਤੇ ਲਾਠੀਆਂ ਵਰੀਆਂ, ਉਹ ਤੋਂ ਬਾਅਦ ਉਹਨੂੰ ਹਾਰਟ ਅਟੈਕ ਹੋਇਆ, ਤਾਂ ਉਹਦੀ ਮੌਤ ਹੋਈ ਤੇ ਉਹ ਸ਼ਹੀਦ ਹੋਇਆ ਸਾਡਾ ਵੀਰ। ਔਰ ਨਵਰੀਤ ਸਿੰਘ ਦਾ ਜਿਹੜਾ ਨਾਂ ਐਡੀ ਇਸ ਤਰੀਕੇ ਨਾਲ ਕਿਉਂ ਚਰਚਾ ਦੇ ਵਿੱਚ ਆਇਆ ਜਾਂ ਉਹਦੀ ਸ਼ਹਾਦਤ ਦੇ ਉੱਤੇ ਵਿਵਾਦ ਕਿਉਂ ਖੜਾ ਹੋਇਆ ਕਿ ਉਹਦੇ ਉੱਤੇ ਦੋ ਤਰ੍ਹਾਂ ਦੇ ਸਵਾਲ ਨੇ, ਕੰਟਰੋਵਰਸੀ ਆ ਕਿ ਸਰਕਾਰ ਦਿੱਲੀ ਪੁਲਿਸ ਕਹਿੰਦੀ ਵੀ ਤਾਂ ਟਰੈਕਟਰ ਪਲਟਣ ਨਾਲ ਮਰਿਆ, ਪਰ ਜਿਹੜੀ ਰਿਪੋਰਟ ਆ ਉਹਦੇ ਵਿੱਚ ਡਾਕਟਰ ਦੀ ਰਿਪੋਰਟ ਇਹ ਕਹਿ ਰਹੀ ਹੈ, ਪੋਸਟਮਾਰਟਮ ਦੀ ਰਿਪੋਰਟ ਵੀ ਇੱਥੋਂ ਕੋਈ ਚੀਜ਼ ਨਿਕਲੀ, ਉਹਦੇ ਨਿਸ਼ਾਨ ਵੀ ਹੈ, ਠੋਡੀ ਦੇ ਉੱਤੇ ਫੋਟੋਆਂ ਹੈਗੀਆਂ ਹੁਣ ਵੀ ਸੋਸ਼ਲ ਮੀਡੀਆ ਤੇ ਪਈਆਂ ਹੋਈਆਂ, ਇੱਥੋਂ ਕੋਈ ਚੀਜ਼ ਨਿਕਲੇ ਸੁਰਾਖ ਹੈ ਤੇ ਇੱਥੋਂ ਬਾਹਰ ਬ੍ਰੇਨ ਮੈਟਲ ਲੈ ਕੇ ਬਾਹਰ ਨਿਕਲ ਗਈ, ਉਹ ਕੀ ਹੈ? ਤੋ ਕੁੱਲ ਆਵਾਮ ਜਿਹੜੀ ਹੈਗੀ ਆ 26 ਜਨਵਰੀ ਤੋਂ ਲੈ ਕੇ ਹੁਣ ਤੱਕ ਸਾਡੀ ਜਥੇਬੰਦੀ ਸ਼ਹੀਦਾਂ ਨੂੰ ਸਮਰਪਿਤ ਜਥੇਬੰਦੀ ਹੈ, ਅਸੀਂ ਇਹ ਦਾਅਵਾ ਕਰਦੇ ਹਾਂ ਕਿ ਉਹਦੀ ਮੌਤ ਜਿਹੜੀ ਨਵਰੀਤ ਸਿੰਘ ਦੀ ਉਹ ਦਿੱਲੀ ਪੁਲਿਸ ਦੀ ਗੋਲੀ ਨਾਲ ਹੋਈ ਹੈ। ਇਹ ਸਵਾਲ ਇਸ ਕਰਕੇ ਕਰਨਾ ਪਿਆ ਕਿ ਸੰਯੁਕਤ ਕਿਸਾਨ ਮੋਰਚੇ ਨੇ ਹਜੇ ਤੱਕ ਇਹਦੇ ਉੱਤੇ ਆਪਣੀ ਪੱਖ ਸਪਸ਼ਟ ਨਹੀਂ ਕੀਤਾ। ਇਹ ਪੱਖ ਸਪਸ਼ਟ ਕਰਾਉਣਾ ਕਿਉਂ ਜ਼ਰੂਰੀ ਹੈ? ਹੁਣ ਜੇ ਅਸੀਂ ਮੰਨਦੇ ਹਾਂ, ਪੂਰੀ ਦੁਨੀਆ ਚੀਕ ਕੇ ਕਹਿ ਰਹੀ ਹੈ ਕਿ ਨਵਰੀਤ ਦੇ ਕਾਤਲ ਦਿੱਲੀ ਪੁਲਿਸ ਹੈ, ਪੀਸਫੁਲ ਪ੍ਰੋਟੈਸਟ ਦੇ ਉੱਤੇ ਸੰਯੁਕਤ ਕਿਸਾਨ ਮੋਰਚੇ ਦੇ ਰੂਟ ਦੇ ਉੱਤੇ, ਨਾਟ ਲਾਲ ਕਿਲੇ ਦਾ ਰੂਟ, ਇਹ ਵੀ ਮੈਂ ਸਪਸ਼ਟ ਕਰ ਦਿਆਂ ਭੁਲੇਖਾ ਕਈ ਲੋਕਾਂ ਨੂੰ। ਨਵਰੀਤ ਸਿੰਘ ਜਿਹੜਾ ਹੈਗਾ ਗਾਜ਼ੀਪੁਰ ਬਾਰਡਰ ਤੋਂ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਰੂਟ ਸਰਕਾਰ ਨਾਲ ਇਹਨਾਂ ਨੇ ਤੈਅ ਕੀਤਾ ਸੀ, ਉਹਦੇ ਉੱਤੇ ਟਰੈਕਟਰ ਪਰੇਡ ਕਰ ਰਿਹਾ ਸੀਗਾ, ਉਸ ਦੇ ਉੱਤੇ ਪਰੇਡ ਕਰਦਿਆਂ ਹੋਇਆ ਉਹ ਸ਼ਹੀਦ ਹੋਇਆ। ਤਾਂ ਜਿਹੜੇ ਉਹਦੇ ਕਾਤਲ ਆ ਪੀਸਫੁਲ ਪ੍ਰੋਟੈਸਟ ਦੇ ਉੱਤੇ ਜਿਹੜਾ ਉਹਨਾਂ ਨੇ ਮਤਲਬ ਕਿ ਗੈਰ ਜਮਹੂਰੀ ਤਰੀਕੇ ਨਾਲ ਗੋਲੀ ਚਲਾਈ ਹੈ, ਉਹਨੂੰ ਕਟਹਿਰੇ 'ਚ ਕੌਣ ਖੜਾ ਕਰੂਗਾ? ਜੇ ਅਸੀਂ ਇਹ ਕਹਿ ਦਾਂਗੇ ਕਿ ਉਹ ਟਰੈਕਟਰ ਪਲਟਣ ਨਾਲ ਮਰਿਆ, ਇਟ ਇਜ਼ ਐਨ ਐਕਸੀਡੈਂਟ, ਇਟ ਵਾਜ਼ ਐਨ ਐਕਸੀਡੈਂਟ। ਸੰਯੁਕਤ ਕਿਸਾਨ ਮੋਰਚੇ ਨੇ ਹੁਣ ਤੱਕ ਇਹ ਪੱਖ ਸਾਫ਼ ਨਹੀਂ ਕੀਤਾ ਆਪਣਾ ਵੀ ਮੌਤ ਦਾ ਕਾਰਨ ਕੀ ਸੀ। ਸੰਯੁਕਤ ਕਿਸਾਨ ਮੋਰਚੇ ਦੇ ਕਿਸੇ ਵੀ ਆਗੂ ਨੇ ਕਿਸੇ ਸਟੇਜ ਤੋਂ ਕਿਸੇ ਪ੍ਰੈਸ ਕਾਨਫਰੰਸ ਦੇ ਵਿੱਚ ਜਾਂ ਕਿਸੇ ਵੀ ਹੋਰ ਕਿਸੇ ਰੈਲੀ ਦੇ ਵਿੱਚ ਗੱਲ ਕਹੀ ਹੋਵੇ, ਮੇਰੇ ਨੋਟਿਸ 'ਚ ਤਾਂ ਹੈ ਨਹੀਂ, ਸ਼ਾਇਦ ਤੁਹਾਡੇ ਵੀ ਨਾ ਹੋਵੇ, ਵੀ ਕਿਤੇ ਕਿਹਾ ਹੋਵੇ ਕਿ ਦਿੱਲੀ ਪੁਲਿਸ ਜਿਹੜੀ ਆ ਉਹ ਨਵਰੀਤ ਦੀ ਕਾਤਲ ਆ, ਉਹਦੀ ਜਿਹੜੀ ਹੈਗੀ ਆ ਉਹ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ। ਅਸੀਂ ਮੰਗ ਕਰਦੇ ਹਾਂ, ਸੰਯੁਕਤ ਮੋਰਚਾ ਕਿਉਂ ਨਹੀਂ ਕਰਦਾ? ਜਾਂ ਉਹ ਆਪਣਾ ਪੱਖ ਸਪਸ਼ਟ ਕਰੇ ਵੀ ਭਾਈ ਸਾਡਾ ਅਸੀਂ ਤਾਂ ਮੰਨਦੇ ਹੀ ਨਹੀਂ, ਅਸੀਂ ਤਾਂ ਇਹ ਮੰਨਦੇ ਹਾਂ ਟਰੈਕਟਰ ਨਾਲ ਹੋਈ। ਜੁਡੀਸ਼ੀਅਲ ਜਾਂਚ ਦਾ ਉੱਥੇ ਦਿੱਲੀ ਸਰਕਾਰ ਵੀ ਕਰਾ ਸਕਦੀ ਹੈ। ਦਿੱਲੀ ਸਰਕਾਰ ਕੇਜਰੀਵਾਲ ਸਰਕਾਰ ਕਹਿੰਦੀ ਹੈ ਵੀ ਪੁਲਿਸ ਸਾਡੇ ਹੱਕ 'ਚ ਨਹੀਂ, ਪੁਲਿਸ ਸਾਡੇ ਹੱਥ ਵਿੱਚ ਨਹੀਂ ਹੈਗੀ, ਇਹ ਸੈਂਟਰਲ ਗਵਰਨਮੈਂਟ ਦੇ ਹੱਥ ਵਿੱਚ ਹੈਗੀ ਹੈ, ਜੁਡੀਸ਼ਰੀ ਤਾਂ ਉਹਨਾਂ ਦੇ ਹੱਥ ਵਿੱਚ ਹੈਗੀ ਹੈ, ਉਹਨਾਂ ਨੇ ਕਿਉਂ ਨਹੀਂ ਕਰਵਾਈ ਹੁਣ ਤੱਕ ਜਾਂਚ? ਨੀਅਤ ਜੇ ਸਾਫ਼ ਹੋਵੇ ਜਾਂਚ ਤਾਂ ਉਹ ਵੀ ਕਰਵਾ ਸਕਦੀ ਹੈ। ਕਰਵਾ ਸਕਦੀ ਹੈ, ਪਰ ਵਾਰਸ ਕੌਣ ਹੈ ਉਹਦਾ? ਕਲੇਮ ਕਿਹਦਾ ਆ ਮੋਰਚੇ ਦੇ ਉੱਤੇ? ਕੇਜਰੀਵਾਲ ਦਾ ਨਹੀਂ ਨਾ ਹੈਗਾ। ਕੇਜਰੀਵਾਲ ਵੀ ਕਰਾ ਦੇਗਾ ਤਾਂ ਉਹਦੀ ਮਤਲਬ ਕਿ ਧੰਨਵਾਦ ਆ ਉਹਦਾ, ਕਰ ਦੇਣਗੇ ਤਾਂ ਵਧੀਆ ਗੱਲ ਹੈ, ਪਰ ਉਹਨੂੰ ਕਿਉਂ ਕਹੀਏ? ਅਸੀਂ ਤਾਂ ਪਹਿਲਾਂ ਆਪਣੀ ਲੀਡਰਸ਼ਿਪ ਨੂੰ ਕਵਾਂਗੇ ਜਿਹਦੀ ਅਗਵਾਈ ਦੇ ਵਿੱਚ ਨਵਰੀਤ ਗਿਆ ਸੀ, ਦੀ ਕਾਲ ਤੇ ਨਵਰੀਤ ਗਿਆ ਸੀਗਾ।
ਜਾਂ ਮੈਂ ਕਹਿੰਦਾ ਠੀਕ ਹੈ, ਤੁਹਾਨੂੰ ਰਾਈਟ ਹੈ, ਸੰਯੁਕਤ ਕਿਸਾਨ ਮੋਰਚੇ ਦਾ ਜਮਹੂਰੀ ਹੱਕ ਹੈ, ਤੁਸੀਂ ਕਹਿ ਦਿਓ ਵੀ ਨਹੀਂ ਹੋਈ ਗੋਲੀ ਨਾਲ, ਕਿਉਂ ਨਹੀਂ ਸਪਸ਼ਟ ਕਰ, ਤੁਸੀਂ ਕਹੋ ਵੀ ਟਰੈਕਟਰ ਤੋਂ ਪਲਟਣ ਨਾਲ ਹੋਈ ਹੈ, ਕਹਿ ਦਿਓ। ਅਗਲਾ ਤੁਹਾਡਾ ਸਵਾਲ ਹੈਗਾ ਹੈ ਵੀ ਜਦੋਂ ਸੰਸਕਾਰ ਹੋਇਆ ਜਾਂ ਪੋਸਟਮਾਰਟਮ ਕਰਵਾਇਆ ਗਿਆ ਜਾਂ ਲਾਸ਼ ਨੂੰ ਸੰਭਾਲਣ ਦੀ ਗੱਲ ਸੀ, ਉਦੋਂ ਕੋਈ ਵੀ ਮੋਰਚੇ ਤੋਂ ਨਾਲ ਨਹੀਂ ਪਹੁੰਚਿਆ, ਉਹਦੀ ਲਾਸ਼ ਦਾ ਵਾਰਿਸ ਕੋਈ ਕਿਉਂ ਨਹੀਂ ਬਣਿਆ, ਇਹ ਤੁਸੀਂ ਸਵਾਲ ਕਰ ਰਹੇ ਹੋ। ਨਵਰੀਤ ਦੀ ਲਾਸ਼ ਰੁਲਦੀ ਰਹੀ ਹੈ ਉੱਥੇ ਆਈਟੀ ਚੌਂਕ ਦੇ ਵਿੱਚ, ਉਹਦੀ ਡੈਥ ਹੋਈ ਹੈ, ਗੋਲੀ ਵੱਜੀ ਹੈ ਉਹਨੂੰ, ਉਹਦੀ ਲਾਸ਼ ਉੱਥੇ ਰੁਲਦੀ ਰਹੀ ਹੈ, ਕੋਈ ਵੀ ਮੋਰਚੇ ਦਾ ਆਗੂ ਉੱਥੇ ਨਹੀਂ ਪਹੁੰਚਿਆ। ਔਰ ਜਿਹੜਾ ਪੋਸਟਮਾਰਟਮ ਜਿਹੜਾ ਹੈਗਾ ਉਹ ਦਿੱਲੀ ਹੋਣਾ ਚਾਹੀਦਾ ਸੀਗਾ, ਉਹ ਰਾਮਪੁਰ ਜਾ ਕੇ ਹੋਇਆ, ਯੂਪੀ ਦੇ ਵਿੱਚ, ਠੀਕ ਹੈ। ਔਰ ਉੱਥੋਂ ਉਹਦੇ ਪਰਿਵਾਰ ਨੇ ਜਾ ਕੇ ਸੰਸਕਾਰ ਕੀਤਾ, ਕੋਈ ਵੀ ਆਗੂ ਦੇ ਸੰਸਕਾਰ ਤੇ ਨਹੀਂ ਪਹੁੰਚਿਆ, ਠੀਕ ਹੈ। ਸਾਡਾ ਮੰਨਣਾ ਤਾਂ ਇਹ ਹੈ ਇੱਥੋਂ ਤੱਕ ਵੀ ਉਹਦੀ ਲਾਸ਼ ਦਾ ਸੰਸਕਾਰ ਹੀ ਨਹੀਂ ਸੀ ਕਰਨਾ ਚਾਹੀਦਾ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਦੀ ਲਾਸ਼ ਦੇ ਵਾਰਸ ਬਣਦੇ, ਉਹਦੀ ਲਾਸ਼ ਦੇ ਵਾਰਸ ਬਣ ਕੇ ਉਹਦੀ ਲਾਸ਼ ਨੂੰ ਰੱਖ ਲੈਂਦੇ, ਉੱਥੇ ਹੀ ਜੁਡੀਸ਼ੀਅਲ ਜਾਂਚ ਦੀ ਮੰਗ ਕਰਦੇ ਕਿ ਅਸੀਂ ਜੁਡੀਸ਼ੀਅਲ ਨਿਆਇਕ ਜਾਂਚ ਦੀ ਮੰਗ ਕਰਦੇ ਹਾਂ ਕਿ ਨਵਰੀਤ ਨੂੰ ਗੋਲੀ ਮਾਰੀ ਹੈ, ਦਿੱਲੀ ਪੁਲਿਸ ਦੇ ਬੰਦਿਆਂ ਨੇ ਮਾਰੀ ਹੈ, ਕਿੰਨੇ ਮਾਰੀ ਹੈ, ਕੋਈ ਅਣਜਾਣ ਬੰਦਾ ਮਾਰ ਗਿਆ, ਦਿੱਲੀ ਪੁਲਿਸ ਨੇ ਮਾਰੀ ਹੈ, ਕਿੰਨੇ ਮਾਰੀ, ਇਹਦੀ ਇਨਵੈਸਟੀਗੇਸ਼ਨ ਹੋਵੇ। ਔਰ ਉਹਨਾਂ ਚਿਰ ਤੱਕ ਸੰਸਕਾਰ ਨਹੀਂ ਕਰਾਂਗੇ ਜਿੰਨਾ ਚਿਰ ਤੱਕ ਇਹਦਾ ਇਨਸਾਫ ਨਹੀਂ ਦਿੰਦੇ, ਜਿੰਨਾ ਚਿਰ ਕਾਨੂੰਨ ਵਾਪਸ ਨਹੀਂ ਲੈਂਦੇ। ਇਹ ਸੀ ਨਵਰੀਤ ਦੀ ਲਾਸ਼ ਦੇ ਅਸਲ ਵਾਰਸ ਹੋਣ ਦਾ ਮਤਲਬ, ਜਿਹੜਾ ਉਹ ਨਹੀਂ ਬਣੇ, ਇਹਦਾ ਮਤਲਬ ਇਹ ਹੈ। ਤੀਜਾ ਸਵਾਲ ਕੀ ਹੈ, ਤੁਸੀਂ ਆਪ ਪੜ੍ਹ ਕੇ ਦੱਸੋ, ਤੀਜਾ ਸਵਾਲ ਕੀ ਹੈ? ਸਵਾਲ ਹੈਗਾ ਜੀ, ਫਰਵਰੀ 2021 ਦੇ ਪਹਿਲੇ ਹਫ਼ਤੇ ਸੰਯੁਕਤ ਮੋਰਚੇ ਦੇ ਜ਼ਿੰਮੇਵਾਰ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਸ਼ਹੀਦ ਨਵਰੀਤ ਸਿੰਘ ਦੀ ਮੌਤ ਦੇ ਪ੍ਰਸੰਗ ਵਿੱਚ ਪੁੱਛੇ ਸਵਾਲ ਦੇ ਜਵਾਬ ਦੇ ਵਿੱਚ ਇੱਕ ਮੀਡੀਆ ਕਰਮੀ ਨੇ, ਮੈਂ ਇੱਦਾਂ ਹੀ ਦੱਸ ਦਿੰਦਾ, ਇੱਕ ਮੀਡੀਆ ਕਰਮੀ ਹੋਰ ਨੇ ਬਲਬੀਰ ਸਿੰਘ ਰਾਜੇਵਾਲ ਹੋਰਾਂ ਨੂੰ ਫਰਵਰੀ ਦੇ ਪਹਿਲੇ ਹਫ਼ਤੇ ਦੀ ਗੱਲ ਹੈ, 3 4 5 ਫਰਵਰੀ ਦੇ ਗੇੜ ਫੇੜ ਦੀ ਗੱਲ ਹੈ, ਉੱਥੇ ਪੁੱਛਿਆ ਸੀਗਾ ਕਿ 26 ਜਨਵਰੀ ਨੂੰ ਇੱਕ ਨੌਜਵਾਨ ਜਿਹੜਾ ਹੈਗਾ ਉਹ ਸ਼ਹੀਦ ਹੋਇਆ ਦਿੱਲੀ ਪੁਲਿਸ ਦੀ ਗੋਲੀ ਨਾਲ ਉੱਥੇ ਦਿੱਲੀ। ਤਾਂ ਉਹਨਾਂ ਨੇ ਕਿਹਾ ਮੇਰੇ ਨੋਟਿਸ 'ਚ ਨਹੀਂਗਾ, ਜਦੋਂ ਕਿ 26 ਜਨਵਰੀ ਨੂੰ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਸੀਗਾ ਕਿ ਇਦਾਂ ਹੋਇਆ। ਉਹਨਾਂ ਨੇ ਕਿਹਾ ਮੇਰੇ ਨੋਟਿਸ 'ਚ ਨਹੀਂ ਹੈ, ਜਾਣਦਿਆਂ ਹੋਏ ਵੀ ਉਹ ਅਣਜਾਣ ਬਣੇ। ਤੇ ਅਗਲਾ ਸਵਾਲ ਹੈਗਾ ਜੀ, 4 ਫਰਵਰੀ ਨੂੰ, ਇਹ ਵੀ ਸਾਰਿਆਂ ਨੂੰ ਪਤਾ ਕਿ 4 ਫਰਵਰੀ ਨੂੰ ਜਿਹੜੀ ਮਗਰਲੀ ਸਟੇਜ ਆ ਮਾਝੇ ਵਾਲਿਆਂ ਦੀ, ਪੰਨੂ ਪੰਧੇਰ ਵਾਲੀ ਸਟੇਜ ਆ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਆ, ਉੱਥੋਂ ਨਵਰੀਤ ਦੀ ਅੰਤਮ ਅਰਦਾਸ ਦਾ ਭੋਗ, ਅਖੰਡ ਪਾਠ ਸਾਹਿਬ ਦਾ ਭੋਗ ਪੈ ਰਿਹਾ ਸੀਗਾ, ਉੱਥੇ ਅਖੰਡ ਪਾਠ ਸਾਹਿਬ ਦਾ ਭੋਗ ਪੈ ਰਿਹਾ ਸੀ। ਔਰ ਉਸੇ ਦਿਨ ਹੀ ਸਿੰਘੂ ਬਾਰਡਰ ਦੀ ਸਟੇਜ ਦੇ ਉੱਤੋਂ ਭੰਗੜਾ ਪੈ ਰਿਹਾ ਸੀਗਾ। ਇਹਦਾ ਕਾਰਨ ਉਹੀ ਸਪਸ਼ਟ ਕਰ ਸਕਦੇ, ਹੋ ਸਕਦਾ ਭੰਗੜਾ ਹੀ ਜ਼ਰੂਰੀ ਹੋਵੇ, ਸਾਨੂੰ ਲੱਗਦਾ ਹੋਵੇ ਭੰਗੜਾ ਕਨਫਰਮ ਹੈਗਾ, ਕਨਫਰਮ ਬਿਲਕੁਲ। ਉਹ ਕਹਿੰਦੇ 10 ਦਿਨ ਕਨਫਰਮ ਕਰ ਦੇਣਗੇ ਵੀ ਨਹੀਂ ਹੈਗੀ ਇਹ ਗੱਲ, ਬਿਲਕੁਲ। ਇੱਕ ਪਾਸੇ ਭੋਗ ਪੈ ਰਿਹਾ ਸੀ ਨਵਰੀਤ ਦਾ ਤੇ ਦੂਜੇ ਪਾਸੇ ਭੰਗੜਾ ਪੈ ਰਿਹਾ ਸੀ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ। ਲੋਕ ਗਵਾਹ ਨੇ ਇਸ ਗੱਲ ਦੇ, ਲੋਕ ਗਵਾਹ ਨੇ। ਪੰਜਵਾਂ ਸਵਾਲ ਹੈਗਾ ਜੀ, ਨਵਰੀਤ ਸਿੰਘ ਦੇ ਕੇਸ ਦੀ ਜਿਹੜੀ ਪੈਰਵੀ ਆ, ਉਹ ਜਦੋਂ ਚਲੋ ਅੱਜ ਇਹਨਾਂ ਨੇ ਮੰਨੀ 22 ਫਰਵਰੀ ਨੂੰ ਜਦੋਂ ਨੌਜਵਾਨ, ਇੱਕ ਤਾਂ ਪਹਿਲੀ ਗੱਲ ਉਹਨੂੰ ਸ਼ਹੀਦ ਨਹੀਂ ਸੀ ਮੰਨਿਆ, ਤੇ ਨਵਰੀਤ ਨੂੰ ਸ਼ਹੀਦ ਮਨਵਾਉਣ ਵਾਸਤੇ ਅਸੀਂ ਖੁਦ ਇਨਵੋਲਵ ਹਾਂ। ਨਵਦੀਪ ਵਾਟਰ ਕੈਨਨ ਹਰਿਆਣੇ ਵਾਲਾ, ਅੰਬਾਲੇ ਵਾਲਾ, ਜਿਹੜਾ ਉਹਨੂੰ ਤੁਸੀਂ ਜਾ ਕੇ ਪੁੱਛ ਸਕਦੇ ਹੋ, ਕਨਫਰਮ ਕਰ ਸਕਦੇ ਹੋ, ਕੋਈ ਵੀ ਪ੍ਰੈਸ ਕਰਮੀ ਕਨਫਰਮ ਕਰ ਸਕਦਾ ਕਿ 22 ਫਰਵਰੀ ਨੂੰ ਜਿਸ ਮਾਰਚ ਦੀ ਅਗਵਾਈ, ਜਿਹੜਾ ਮਾਰਚ ਰਸੋਈ ਢਾਬੇ ਤੋਂ ਸਿੰਘੂ ਬਾਰਡਰ ਦੀ ਸਟੇਜ ਤੱਕ ਹੋਇਆ ਸੀ, ਜਿਹਦੀ ਅਗਵਾਈ ਨਵਦੀਪ ਵਾਟਰ ਕੈਨਨ ਨੇ ਕੀਤੀ, ਉਹਨੂੰ ਪੁੱਛੋ ਵੀ ਉਹ ਵਾਟਰ ਕੈਨਨ, ਉਹ ਮਾਰਚ ਕਿਸ ਗੱਲ ਦੇ ਲਈ ਸੀ, ਉਹ ਦੱਸੇਗਾ। ਉਹ ਤਾਂ ਚਰਚਿਤ ਨਾ ਆ, ਲੋਕ ਉਹਦੀ ਗੱਲ 'ਤੇ ਵਿਸ਼ਵਾਸ ਕਰਦੇ ਆ, ਉਹਨੂੰ ਮੰਨਦੇ ਆ ਵੀ ਹਾਂ ਇਹ ਨੌਜਵਾਨ ਜੁਝਾਰੂ ਹੈ ਸਾਡਾ, ਝੂਠ ਨਹੀਂ ਬੋਲੇਗਾ। ਉਹਨੂੰ ਪੁੱਛੋ ਵੀ ਉਹਦੀ ਅਗਵਾਈ ਕਿਹੜੇ ਮਾਰਚ ਦੀ ਅਗਵਾਈ ਕੀਤੀ ਸੀ। ਉਹ ਮਾਰਚ ਸੀ ਜਿਹੜਾ ਮਾਰਚ ਨਵਰੀਤ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਵਾਸਤੇ ਕੀਤਾ ਗਿਆ ਸੀਗਾ। ਉਸ ਨੂੰ ਸ਼ਹੀਦ ਨਹੀਂ ਮੰਨਿਆ ਜਾ ਰਿਹਾ ਸੀ ਉਦੋਂ ਤੱਕ, ਜੇ ਨਹੀਂ ਮੰਨਿਆ ਗਿਆ ਸੀ ਤਾਂ ਹੀ ਮਾਰਚ ਕਰਨਾ ਪਿਆ ਨਾ। ਨਵਰੀਤ ਨੂੰ ਸ਼ਹੀਦ ਨਹੀਂ ਸੀ ਮੰਨਿਆ ਜਾ ਰਿਹਾ, ਉਦੋਂ ਤੱਕ ਸਟੇਜ ਤੋਂ ਸ਼ਹੀਦ ਨਵਰੀਤ ਸਿੰਘ ਅਮਰ ਰਹੇ ਦਾ ਨਾਅਰਾ ਨਹੀਂ ਸੀ ਲੱਗਾ, ਤੇ ਉਸ ਤੋਂ ਬਾਅਦ ਮੰਨਿਆ ਇਹਨਾਂ ਨੇ। ਚਲੋ ਹੁਣ ਤਾਂ ਇਹਨਾਂ ਨੇ ਮੰਨ ਲਿਆ, ਠੀਕ ਹੈ, ਹੁਣ ਇਹ ਕਹਿੰਦੇ ਅਸੀਂ ਮੰਨਦੇ ਹਾਂ ਉਹਨੂੰ ਸ਼ਹੀਦ, ਜਾਂ 22 ਫਰਵਰੀ ਤੋਂ ਬਾਅਦ ਮੰਨ ਲਿਆ, ਤਾਂ ਉਹਦੇ ਕੇਸ ਦੀ ਪੈਰਵੀ ਕੌਣ ਕਰੂਗਾ? ਉਹਦੇ ਕੇਸ ਦੀ ਪੈਰਵੀ ਕੌਣ ਕਰ ਰਿਹਾ? ਪਰਿਵਾਰ ਕਰ ਰਿਹਾ, ਖਾਸ ਕਰਕੇ ਜਿਹਦੇ ਤੇ ਇਲਜ਼ਾਮ ਲੱਗ ਰਹੇ ਆ ਨਵਰੀਤ ਦੇ ਦਾਦਾ ਬਾਪੂ ਹਰਦੀਪ ਸਿੰਘ ਕਰ ਰਹੇ ਆ। ਲੇਕਿਨ ਸੰਯੁਕਤ ਕਿਸਾਨ ਮੋਰਚਾ ਤਾਂ ਕਹਿੰਦਾ ਵੀ ਜਿੰਨੇ ਵੀ ਇੱਥੇ ਕੇਸ ਹੋਏ ਨੇ ਸਾਰਿਆਂ ਦੀ ਪੈਰਵੀ ਅਸੀਂ ਕਰ ਰਹੇ ਹਾਂ, ਜਿਹੜੀ ਸਾਡੀ ਨੌਲੇਜ ਵਿੱਚ ਆਉਂਦੇ ਆ। ਉਹਨਾਂ ਨੇ ਕਿਸੇ ਕੇਸ ਦੀ ਪੈਰਵੀ ਵੀ ਨਹੀਂ ਕੀਤੀ। ਉਹਨਾਂ ਨੇ ਤਾਂ 26 ਜਨਵਰੀ ਤੋਂ ਬਾਅਦ ਇਹ ਕਹਿਤਾ ਸੀਗਾ ਵੀ ਜਿਨ੍ਹਾਂ ਦੇ ਉੱਤੇ ਵੀ ਕੇਸ ਹੋਇਆ, ਬਲਬੀਰ ਸਿੰਘ ਰਾਜੇਵਾਲ ਦੀ ਸਟੇਟਮੈਂਟ ਜਗਰਾਉਂ ਰੈਲੀ ਦੇ ਵਿੱਚ ਪ੍ਰੈਸ ਨੇ ਪੁੱਛਿਆ, ਉਹਨਾਂ ਨੇ ਕਿਹਾ ਵੀ ਸਰਕਾਰ ਸਾਡੇ ਨਾਲ ਕਾਨੂੰਨਾਂ ਤੇ ਗੱਲ ਕਰੇ, ਇਹਨਾਂ ਕੇਸਾਂ ਦਾ ਦਿੱਲੀ ਪੁਲਿਸ ਦੇਖੇ ਕੀ ਕਰਨਾ। 170 ਤੋਂ ਵੱਧ ਕੇਸ ਨੇ ਸਾਡੇ ਕੋਲ, ਰਿਕਾਰਡ ਆ। 43 ਕੇਸ ਉਹ ਨੇ ਜਿਹੜੇ 29 ਜਨਵਰੀ ਨੂੰ ਪਿਛਲੀ ਸਟੇਜ ਤੇ ਹਮਲਾ ਹੋਇਆ ਸੀ, ਰਣਜੀਤ ਸਿੰਘ ਕਾਜ਼ਮਪੁਰ ਵਰਸਸ ਸਟੇਟ ਵਾਲਾ ਕੇਸ ਆ, ਜਿਹੜਾ ਕਾਜ਼ਮਪੁਰ ਤੋਂ ਨੌਜਵਾਨ ਹੈ, 43 ਉਹਨੇ, ਤੇ ਬਾਕੀ ਸਾਰੇ ਲਾਲ ਕਿਲ੍ਹਾ ਹਿੰਸਾ ਦੇ ਝੂਠੇ ਕੇਸ ਦੇ ਵਿੱਚ ਬੰਨੇ ਹੋਏ ਆ ਸਾਰੇ। ਔਰ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਗੈਰ ਜਮਹੂਰੀ ਤੇ ਗੈਰ ਕਾਨੂੰਨੀ ਤਰੀਕੇ ਨਾਲ ਦਿੱਲੀ ਪੁਲਿਸ ਚੁੱਕ ਕੇ ਲੈ ਕੇ ਜਾਂਦੀ, ਤਰਨਤਾਰਨ ਜ਼ਿਲ੍ਹੇ ਤੋਂ ਗੁਰਜੋਤ ਸਿੰਘ ਵਰਗਿਆਂ ਨੂੰ, ਜਦੋਂ ਕਿ ਗ੍ਰਹਿ ਮੰਤਰਾਲਾ ਪੰਜਾਬ ਦੀ ਪ੍ਰਵਾਨਗੀ ਤੋਂ ਬਿਨਾਂ ਦਿੱਲੀ ਪੁਲਿਸ ਇੱਥੇ ਐਂਟਰ ਨਹੀਂ ਕਰ ਸਕਦੀ, ਤੇ ਉਹਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਂਦੀ ਹੈ। ਉਹਦੇ ਉੱਤੇ ਨਾ ਤਾਂ ਪੰਜਾਬ ਪੁਲਿਸ ਨੂੰ ਪੁੱਛਦੇ ਆ ਵੀ ਤੁਹਾਡੀ ਪ੍ਰਵਾਨਗੀ ਤੋਂ ਬਿਨਾਂ ਕਿਵੇਂ ਆਉਂਦੀ ਹੈ, ਤੇ ਨਾ ਦਿੱਲੀ ਪੁਲਿਸ ਨੂੰ ਤਾੜਨਾ। ਦੱਸੋ ਕਿਸੇ ਸਟੇਜ ਤੋਂ, ਕਿਸੇ ਪ੍ਰੈਸ ਕਾਨਫਰੰਸ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਕਿਸੇ ਆਗੂ ਨੇ ਕਿਹਾ ਹੋਵੇ ਵੀ ਦਿੱਲੀ ਪੁਲਿਸ ਪੰਜਾਬ ਕੀ ਲੈਣ ਆਉਂਦੀ ਹੈ? ਔਰ ਜਦੋਂ ਅਸੀਂ ਜਥੇਬੰਦੀ ਬਣਾਈ ਹੈ, ਪਹਿਲੇ ਦਿਨ ਹੀ ਅਸੀਂ ਇਹ ਗੱਲ ਕਹੀ ਸੀ ਕਿ ਵੀ ਜੇ ਹੁਣ ਇਸ ਤੋਂ ਬਾਅਦ, ਔਰ ਇਹ ਰਿਕਾਰਡ ਦੇ ਵਿੱਚ ਹੈ, ਮੈਂ ਦਾਅਵੇ ਨਾਲ ਠੋਕ ਕੇ ਚੈਲੰਜ ਕਰਦਾ ਇਸ ਗੱਲ ਦਾ, ਕਿ ਅਸੀਂ ਇਹ ਗੱਲ ਕਹੀ ਸੀ ਕਿ ਜੇ ਹੁਣ ਤੋਂ ਬਾਅਦ ਦਿੱਲੀ ਪੁਲਿਸ ਪੰਜਾਬ ਦੇ ਪਿੰਡਾਂ 'ਚ ਨੌਜਵਾਨਾਂ ਨੂੰ ਝੂਠੇ ਕੇਸ ਲਾਲ ਕਿਲ੍ਹਿਆਂ 'ਚ ਫੜਨ ਆਈ, ਅਸੀਂ ਬੰਨ੍ਹ ਕੇ ਨੂੜਾਂਗੇ ਔਰ ਐਸਐਸਪੀ ਨੂੰ ਉੱਥੇ ਜਾ ਕੇ ਉੱਥੇ ਤਲਬ ਕਰਾਂਗੇ। ਉਸ ਤੋਂ ਬਾਅਦ ਅਜੇ ਤੱਕ ਤਾਂ ਨਹੀਂ ਆਈ, ਔਰ ਜੇ ਆਏ ਤਾਂ ਅਸੀਂ ਦਾਅਵਾ ਕਰਦੇ ਹਾਂ ਅਸੀਂ ਦਿੱਲੀ ਪੁਲਿਸ ਨੂੰ ਚੈਲੰਜ ਕਰਦੇ ਹਾਂ, ਔਰ ਪੰਜਾਬ ਦੇ ਗ੍ਰਹਿ ਮੰਤਰਾਲੇ ਨੂੰ ਵੀ ਇਹ ਗੱਲ ਕਹਿੰਦੇ ਆ, ਤਾੜਨਾ ਕਰਦੇ ਹਾਂ ਕਿ ਜੇ ਦਿੱਲੀ ਪੁਲਿਸ ਆਉਂਦੀ ਤਾਂ ਅਸੀਂ ਇਹ ਮੰਨਾਂਗੇ ਕਿ ਤੁਸੀਂ ਬੁਲਾਉਂਦੇ ਹੋ, ਔਰ ਅਸੀਂ ਦਿੱਲੀ ਪੁਲਿਸ ਦੇ ਆਇਆਂ ਨੂੰ ਘੇਰਾਂਗੇ ਉੱਥੇ।
ਛੇਵਾਂ ਸਵਾਲ, ਆਖਰੀ ਸਵਾਲ ਤੁਹਾਡਾ। 6ਵਾਂ ਸੀਗਾ ਜੀ 26 ਜੁਲਾਈ ਨੂੰ ਜਦੋਂ ਨਵਰੀਦ ਦੀ ਸ਼ਹਾਦਤ ਨੂੰ 6 ਮਹੀਨੇ ਪੂਰੇ ਹੋ ਗਏ ਸੀਗੇ। ਤੇ ਨਵਰੀਦ ਦੀ ਸ਼ਹਾਦਤ ਨੂੰ 6 ਮਹੀਨੇ ਪੂਰੇ ਹੋਇਆਂ ਦੇ ਉੱਤੇ ਉਹਨੂੰ ਯਾਦ ਕਰਨ ਲਈ, ਉਹਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ, ਦਿੱਲੀ ਅੰਦੋਲਨ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸਾਡੀ ਜਥੇਬੰਦੀ ਨੌਜਵਾਨ ਕਿਸਾਨ ਮਜ਼ਦੂਰ ਯੂਨੀਅਨ ਸ਼ਹੀਦਾਂ ਇਹ ਚਾਹੁੰਦੀ ਸੀਗੀ ਕਿ ਆਪਾਂ ਸਿੰਘੂ ਬਾਰਡਰ ਦੇ ਉੱਤੇ ਜਿਹੜਾ ਹੈਗਾ ਅਰਦਾਸ ਸਮਾਗਮ ਕਰਵਾਈਏ। ਸਾਰੇ ਜਿਹੜੇ ਸ਼ਹੀਦ ਨੇ ਉਹਨਾਂ ਨੂੰ, ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ, ਉਹਨਾਂ ਦੇ ਸਨਮਾਨ ਵਾਸਤੇ ਅਰਦਾਸ ਕਰਵਾਈਏ। ਸਿੰਘੂ ਬਾਰਡਰ ਦੇ ਸਟੇਜ ਤੋਂ ਕਰਵਾਈ, ਸਾਡੀ ਮੇਨ ਸਟੇਜ ਉਹ। ਤਾਂ ਅਸੀਂ ਇਹ ਇੱਕ ਮਤਲਬ ਕਹਿ ਲਓ ਵੀ ਇੱਕ ਉਹਨਾਂ ਨੂੰ ਸੱਦਾ ਪੱਤਰ ਦੇਣ ਵਾਸਤੇ ਵੀ ਗਏ ਔਰ ਇੱਕ ਬੇਨਤੀ ਪੱਤਰ ਲੈ ਕੇ ਗਏ ਸੰਯੁਕਤ ਮੋਰਚੇ ਦੇ ਆਗੂਆਂ ਕੋਲ। ਤਾਂ ਉਦੋਂ ਜਿਹੜੇ ਬਲਬੀਰ ਸਿੰਘ ਰਾਜੇਵਾਲ ਹੋਰੀ ਨੇ ਉਹਨਾਂ ਨੇ ਕਿਹਾ ਸੀਗਾ ਕਿ ਇੱਥੇ ਤਾਂ ਰੋਜ਼ ਹੀ ਕਿਸੇ ਨਾ ਕਿਸੇ ਨੂੰ 6 ਮਹੀਨੇ ਹੋ ਜਾਂਦੇ ਆ, ਅਸੀਂ ਕਿਹਦਾ ਕਦੋਂ ਕਿਹਦਾ ਇੱਥੇ ਸ਼ਰਧਾਂਜਲੀ ਸਮਾਗਮ ਰੋਜ਼ ਮਨਾਉਂਦੇ ਰਹਾਂਗੇ। ਇਹ ਬਲਬੀਰ ਸਿੰਘ ਰਾਜੇਵਾਲ ਹੋਰਾਂ ਦੀ ਸਟੇਟਮੈਂਟ ਇਹਦੇ ਵੀ ਗਵਾਹ ਸੀਗੀਆਂ ਕਿ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ। ਤੇ ਅਸੀਂ ਇਹ ਵੀ ਸਵਾਲ ਕੀਤਾ ਕਿ ਵੀ ਇਹ ਜਿਹੜੀ ਤੁਹਾਡੀ ਪਹੁੰਚ ਹੈ ਸ਼ਹੀਦਾਂ ਬਾਰੇ, ਉਹਦੇ ਬਾਰੇ ਵੀ ਆਪਣਾ ਪੱਖ ਸਪਸ਼ਟ ਕਰ ਦਿਓ, ਠੀਕ ਹੈ। ਔਰ ਇੱਕ ਲਾਸਟ ਸਾਡਾ ਸੀਗਾ ਵੀ 7.5 ਮਹੀਨੇ ਹੋ ਗਏ ਨਵਰੀਦ ਸਿੰਘ ਦੇ ਮਾਤਾ ਪਿਤਾ ਜਿਹੜੇ ਆ, 7.5 ਮਹੀਨੇ ਨਵਰੀਦ ਦੀ ਸ਼ਹਾਦਤ ਨੂੰ ਹੋ ਗਏ। ਜਦੋਂ ਪਹਿਲੀ ਵਾਰੀ ਨਵਰੀਦ ਦੇ ਮਾਤਾ ਪਿਤਾ ਉਦੋਂ ਸਟੇਜ ਦੇ ਉੱਤੇ ਆਏ ਜਦੋਂ ਉਹਨਾਂ ਦੇ ਕੋਲੋਂ ਇਸ ਕਿਸਮ ਦੇ ਕਥਿਤ ਬਿਆਨ ਦਿਵਾਉਣੇ ਸੀਗੇ। ਹੁਣ ਤੱਕ 7.5 ਮਹੀਨੇ ਨਵਰੀਦ ਦੇ ਮਾਤਾ ਪਿਤਾ ਦਾ ਸਨਮਾਨ ਸਿੰਘ ਸੰਯੁਕਤ ਮੋਰਚੇ ਨੂੰ ਯਾਦ ਹੀ ਨਹੀਂ ਆਇਆ। ਸਵਾਲ ਨਹੀਂ ਬਣਦਾ ਇਹ ਵੀ ਜੇ ਤੁਸੀਂ 22 ਫਰਵਰੀ ਨੂੰ ਵੀ ਸ਼ਹੀਦ ਮੰਨ ਲਿਆ ਸੀਗਾ ਤਾਂ ਤੁਹਾਡਾ ਬਣਦਾ ਨਹੀਂ ਸੀ ਕਿ ਫਰਵਰੀ ਦੇ ਮੁੱਕਦਿਆਂ ਤੁਸੀਂ ਬੁਲਾ ਕੇ ਸਨਮਾਨ ਕਰਦੇ? ਕਿਉਂ ਨਹੀਂ ਸਨਮਾਨ ਕੀਤਾ? ਤੇ 7.5 ਮਹੀਨਿਆਂ ਬਾਅਦ ਜਦੋਂ ਬੁਲਾਇਆ ਉਦੋਂ ਫੇਰ ਨਵਰੀਦ ਸਾਹਿਬ ਸ਼ਹੀਦ ਨਵਰੀਦ ਦਾ ਅਪਮਾਨ ਕੀਤਾ, ਉਹਦੇ ਮਤਲਬ ਕਿ ਪਿਓ ਤੇ ਉਹਦੇ ਦਾਦੇ ਦੇ ਵਿੱਚ ਇੱਕ ਦੂਜੇ ਤੇ ਐਲੀਗੇਸ਼ਨ ਲਵਾ ਕੇ, ਨਵਰੀਦ ਦੇ ਪਿਤਾ ਤੋਂ ਨਵਰੀਦ ਦੇ ਦਾਦੇ ਦੇ ਉੱਤੇ ਐਲੀਗੇਸ਼ਨ ਲਵਾ ਕੇ ਸ਼ਹੀਦ ਨਵਰੀਦ ਦਾ ਅਪਮਾਨ ਹੀ ਹੋਇਆ, ਉਹਦਾ ਸਨਮਾਨ ਤਾਂ ਨਹੀਂ ਵਧਿਆ ਠਾਕੁਰ ਸਾਹਿਬ। ਫਿਰ ਇਹ ਜਿਹੜੇ ਸਾਰੇ ਸਵਾਲ ਨੇ, ਇਹ ਜਿਹੜੇ ਆ ਸਾਰੇ ਸਵਾਲ ਹੋਏ ਨੇ, ਜਿਹੜੀਆਂ ਗੱਲਾਂ ਸਾਰੀਆਂ ਅਸੀਂ ਕੀਤੀਆਂ, ਇਸ ਨਾ ਇਹ ਸਵਾਲ ਬਣਦੇ ਨਹੀਂ। ਸਾਡਾ ਡੈਮੋਕ੍ਰੈਟਿਕ ਰਾਈਟ ਹੈ, ਅਸੀਂ ਕਿਸਾਨ ਆ, ਅਸੀਂ ਜੁਝਾਰੂ ਆ, ਅਸੀਂ ਸੰਘਰਸ਼ੀ ਆ, ਅਸੀਂ ਲੜ ਰਹੇ, ਸਾਡਾ ਵੀ ਮੋਰਚਾ ਹੈ। ਅਸੀਂ ਇਸ ਮੋਰਚੇ ਨੂੰ ਹਾਰਦਾ ਤਾਂ ਕਦੇ ਵੀ ਨਹੀਂ ਦੇਖ ਸਕਦੇ, ਬਿਲਕੁਲ ਵੀ ਨਹੀਂ ਹਾਰਨ ਦੇਵਾਂਗੇ। ਔਰ ਜਿੰਨਾ ਚਿਰ ਤੱਕ ਮੋਰਚਾ ਚੱਲੂਗਾ ਅਸੀਂ ਡਟਾਂਗੇ ਉੱਥੇ, ਔਰ ਇਹਨੂੰ ਜਿੱਤ ਤੱਕ ਲੈ ਕੇ ਜਾਣ ਵਾਸਤੇ ਆਪਣੀ ਜਾਨ ਦੀ ਬਾਜੀ ਹੂਲ ਕੇ ਲਾਵਾਂਗੇ। ਇਹ ਤਾਂ 6 ਸਵਾਲ ਨੇ ਜਿਹੜੇ ਪ੍ਰੋਫੈਸਰ ਸਾਹਿਬ ਹੋਣਾ ਵੱਲੋਂ ਕੀਤੇ ਗਏ ਨੇ, ਇਹਨਾਂ ਜਥੇਬੰਦੀ ਵੱਲੋਂ ਕੀਤੇ ਗਏ ਨੇ। ਸਵਾਲ ਇੱਕ ਨਾਲ ਇਹ ਵੀ ਜ਼ਰੂਰ ਬਣਦਾ ਹੈ ਕਿ ਹੋ ਸਕੇ, ਕਿਉਂਕਿ ਜਿੰਨੇ ਵੀ ਕਿਸਾਨੀ ਆਗੂ ਨੇ ਉਹਨਾਂ ਨੇ ਬਾਰ-ਬਾਰ ਗੱਲ ਇਹ ਕਹੀ ਹੈ ਵੀ ਸਾਡਾ ਇੱਕੋ ਇੱਕ ਟੀਚਾ ਹੈ, ਕਾਲੇ ਖੇਤੀ ਕਾਨੂੰਨ ਜਿਹੜੇ ਨੇ ਉਹਨਾਂ ਨੂੰ ਰੱਦ ਕਰਵਾਉਣਾ। ਜਾਂ ਫਿਰ ਇਸ ਤੋਂ ਹਟ ਕੇ ਇੱਕ ਸਵਾਲ ਇਹ ਹੈ ਵੀ ਜੇਕਰ ਨਿੱਜੀ ਮਸਲੇ ਕਿਸੇ ਵੀ ਬੰਦੇ ਦੇ ਜੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਹੱਲ ਕਰਵਾਏ ਗਏ ਹੋਣ, ਪਰਿਵਾਰਕ ਮਸਲੇ, ਨਿੱਜੀ ਮਸਲੇ, ਉਹ ਕਿੰਨੇ ਕੁ ਮਸਲੇ ਨੇ ਤੇ ਉਹ ਕਿਹੜੇ ਮਸਲੇ ਨੇ, ਉਹਨਾਂ ਦਾ ਵੇਰਵਾ ਵੀ ਨਾਲ ਜੇ ਦਿੱਤਾ ਜਾਵੇ ਤਾਂ ਉਹ ਚੰਗਾ ਹੋਵੇਗਾ, ਤਾਂ ਜੋ ਇਹਨਾਂ ਨੂੰ ਵੀ ਤਸੱਲੀ ਹੋਵੇ ਵੀ ਇਕੱਲਾ ਡਿਪਟੀ ਸਾਹਿਬ ਦਾ ਪਰਿਵਾਰ ਹੀ ਨਹੀਂ, ਹੋਰ ਵੀ ਅਜਿਹੇ ਪਰਿਵਾਰ ਨੇ ਜਿਨ੍ਹਾਂ ਦੇ ਮਸਲੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਹੱਲ ਹੋਏ ਨੇ। ਹੁਣ ਸਵਾਲ ਇਹ ਉੱਠਦਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਸਵਾਲ ਪੁੱਛਣ ਵਾਲੇ ਨੂੰ ਜਾਂ ਫਿਰ ਕਿਸਾਨ ਆਗੂਆਂ ਨੂੰ ਸਵਾਲ ਪੁੱਛਣ ਵਾਲੇ ਨੂੰ ਮੋਰਚਾ ਵਿਰੋਧੀ ਐਲਾਨ ਦਿੱਤਾ ਜਾਵੇਗਾ ਜਾਂ ਫਿਰ ਉਹਨਾਂ ਸਵਾਲਾਂ ਦੇ ਜਮਹੂਰੀ ਤਰੀਕੇ ਦੇ ਨਾਲ, ਡੈਮੋਕ੍ਰੈਟਿਕ ਲੋਕਤੰਤਰਿਕ ਤਰੀਕੇ ਦੇ ਨਾਲ ਜਵਾਬ ਦਿੱਤੇ ਜਾਣਗੇ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।